ਵਾਇਸ ਆਫ ਇੰਡੀਆ ਤੋਂ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੱਖ ਦੇ ਮਸਲੇ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ ਜੀ ਕੌਸ਼ਿਕ ਸਾਹਿਬ। ਜੀ ਕੌਸ਼ਿਕ ਸਾਹਿਬ, ਅਸੀਂ ਹਰ ਵੀਕ ਫਰਾਈਡੇ ਨੂੰ ਜੀ ਸ਼ਾਮ ਨੂੰ ਪੱਖ ਦੇ ਮਸਲੇ ਜਿਹੜੇ ਸਾਡੇ ਸ਼ਹਿਰ ਦੀਆਂ ਮੁਸ਼ਕਲਾਂ ਜਾਂ ਕੁਛ ਅਪਡੇਟਸ ਹੁੰਦੀਆਂ ਉਹਦੇ 'ਤੇ ਵਿਚਾਰ ਚਰਚਾ ਕਰਦੇ ਹਾਂ ਜੀ। ਬਹੁਤ ਸਾਰੇ ਲੋਕਾਂ ਵੱਲੋਂ ਸਾਨੂੰ ਫੋਨ ਕਾਲ ਵੀ ਆਉਂਦੇ ਆ, ਕਮੈਂਟ ਵੀ ਆਉਂਦੇ ਆ, ਬੜੀ ਸ਼ਲਾਘਾ ਕੀਤੀ ਜਾਂਦੀ ਆ ਫੀਡਬੈਕ ਔਰ ਹਾਂ ਫੀਡਬੈਕ ਅੱਛੀ ਆਉਂਦੀ ਹੈ ਜੀ। ਇਹਦੇ ਨਾਲ ਨਾਲ ਲੋਕੀ ਸਾਨੂੰ ਦੱਸਦੇ ਵੀ ਆ ਕਿ ਇਸ ਵਿਸ਼ੇ ਤੇ ਇਸ ਸਬਜੈਕਟ ਤੇ ਵੀ ਗੱਲ ਕਰਿਆ ਕਰੋ। ਜੀ ਜੀ ਬਿਲਕੁਲ। ਸੋ ਕੁਝ ਸਬਜੈਕਟ ਹੈਗੇ ਜਿਨ੍ਹਾਂ ਤੇ ਆਪਾਂ ਅੱਜ ਖੁੱਲ੍ਹ ਕੇ ਗੱਲ ਕਰਾਂਗੇ ਜੀ। ਪਰ ਸਭ ਤੋਂ ਪਹਿਲਾਂ ਮੈਂ ਕੋਵਿਡ-19 ਦੀ ਜਿਹੜੀ ਅਪਡੇਟਸ ਨੇ ਅਪਡੇਟ ਹੈਗੀ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜੀ। ਕੋਵਿਡ-19 ਬਾਰੇ ਜੋ ਹੁਣ ਤੱਕ ਦੀ ਰਿਪੋਰਟ ਹੈ ਉਹ ਬੜੀ ਉਦਾਸ ਕਰ ਦੇਣ ਵਾਲੀ ਹੈ। ਜੀ ਜੀ ਬਿਲਕੁਲ। ਚੰਗੀ ਨਹੀਂ ਹੈ ਖਬਰ, ਜੀ ਸੁਖਾਵੀ ਨਹੀਂ ਹੈ। ਜੀ ਜੀ ਚੰਗੀ ਕਿਉਂ ਨਹੀਂ ਹੈ? ਕਿਉਂਕਿ ਹਰ ਰੋਜ਼ 9-10 ਡੈਥ ਹੋ ਰਹੀਆਂ। ਜੀ ਬਿਲਕੁਲ। ਉਹਦੇ 'ਚ ਕਿਹੜੀ ਕਮਿਊਨਿਟੀ ਦਾ ਬੰਦਾ ਮਰ ਰਿਹਾ, ਕੌਣ ਮਰ ਰਿਹਾ, ਇਸ ਪਾਸੇ ਨਾ ਵੀ ਜਾਈਏ। ਇਨਸਾਨ ਤਾਂ ਜਾ ਜੀ ਹੀ ਜੀ ਰਿਹਾ। ਜੀ ਬਿਲਕੁਲ ਬਿਲਕੁਲ। ਉਹਦੀ ਉਮਰ 20 ਸਾਲ ਹੈ ਕਿ 80 ਸਾਲ ਹੈ, ਜੀ ਬੰਦਾ ਤਾਂ ਬੰਦਾ ਹੀ ਹੁੰਦਾ। ਜੀ ਬਿਲਕੁਲ। ਉਹ ਇਹ ਬੜੀ ਖਤਰਨਾਕ ਸਿਚੁਏਸ਼ਨ ਹੈ ਔਰ ਹਰ ਰੋਜ਼ 400 500 1000 ਤੱਕ ਵੀ ਗਿਣਤੀ ਚਲੇਗੀ ਜੀ ਜਿਹੜੇ ਕੇਸਿਸ ਸਾਹਮਣੇ ਆਉਂਦੇ ਪਏ। ਇਸ ਕਰਕੇ ਜਿਹੜੀ ਇਹ ਸਥਿਤੀ ਬਣਦੀ ਪਈ ਆ ਇਹ ਸਾਡੇ ਸਾਰਿਆਂ ਵਾਸਤੇ ਇੱਕ ਅਲਾਰਮਿੰਗ ਜੀ ਸਿਚੁਏਸ਼ਨ ਹੈਗੀ ਆ। ਜੀ ਜੇ ਅਸੀਂ ਗੌਰਮੈਂਟ ਗਾਈਡਲਾਈਨਸ ਜਿਹੜੀਆਂ ਹੈਗੀਆਂ, ਹੈਲਥ ਅਥਾਰਟੀਜ਼ ਦੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਥਿਤੀ ਹੋਰ ਗੰਭੀਰ ਹੋਣ ਦਾ ਖਤਰਾ ਬਣਿਆ ਪਿਆ। ਜੀ ਲਗਾਤਾਰ। ਬੇਸ਼ੱਕ ਦੂਜਿਆਂ ਸੂਬਿਆਂ ਦੇ ਮੁਕਾਬਲੇ 'ਚ ਸਾਡੀ ਸਥਿਤੀ ਕਾਫੀ ਚੰਗੀ ਹੈ ਜੀ। ਪਰ ਗੌਰਮੈਂਟ ਜਿਹੜੇ ਪਰ ਕੈਪੀਟਾ ਵਾਲੀ ਗੱਲ ਹੁੰਦੀ ਆ ਉਹਦੇ ਮੁਤਾਬਕ ਅਸੀਂ ਬਹੁਤ ਖਤਰਨਾਕ ਸਿਚੁਏਸ਼ਨ ਦੇ ਜੀ ਵਿੱਚ ਜੀ ਬਿਲਕੁਲ। ਆਲਮੋਸਟ ਰੈੱਡ ਜ਼ੋਨ 'ਚ ਹਾਂ ਜੀ ਆਪਾਂ। ਰੈੱਡ ਜ਼ੋਨ 'ਚ ਜੀ ਹੈਗੇ। ਜੀ ਬਿਲਕੁਲ। ਠੀਕ ਹੈ ਜੀ। ਸਾਡੇ ਇਕੱਲਾ ਸਿਟੀ ਦੀ ਗੱਲ ਨਹੀਂ, ਵਿਨੀਪੈਗ ਦੀ ਗੱਲ ਨਹੀਂ ਹੈ, ਪੂਰੇ ਮੈਨੀਟੋਬਾ ਹੀ ਰੈੱਡ ਜ਼ੋਨ ਵਿੱਚ ਹੈਗਾ। ਮੈਨੀਟੋਬਾ ਦਾ ਨਾਰਥ ਏਰੀਆ ਜੀ ਉੱਥੇ ਦਿਨੋਂ ਦਿਨ ਜਿਹੜੀ ਹਾਲਤ ਗੰਭੀਰ ਹੁੰਦੀ ਜਾਂਦੀ ਹੈ। ਜੀ ਬਿਲਕੁਲ। ਔਰ ਸਾਡੇ ਮੈਨੀਟੋਬਾ ਦੇ ਜਿਹੜੇ ਪ੍ਰੀਮੀਅਮ ਹੈਗੇ ਆ ਜੀ ਪੈਲਿਸਟਰ, ਉਹਨਾਂ ਨੇ ਫੈਡਰਲ ਗੌਰਮੈਂਟ ਨੂੰ ਕਿਹਾ ਹੈਗਾ ਕਿ ਜੇ ਤੁਸੀਂ ਵੈਕਸੀਨ ਜਿਹੜੀ ਆ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੀ ਸ਼ੁਰੂ ਹੋ ਜਾਣੀ ਹੈ ਲੱਗਣੀ, ਜੀ ਉਹਨਾਂ ਨੇ ਕਿਹਾ ਹੈਗਾ ਕਿ ਸਾਨੂੰ ਤੁਸੀਂ ਵੈਕਸੀਨ ਦਾ ਕੋਟਾ ਜਿਹੜਾ ਉਹ ਜ਼ਿਆਦਾ ਦਿਓ ਜੀ ਬਿਲਕੁਲ। ਕਿਉਂਕਿ ਸਾਡਾ ਜਿਹੜਾ ਨਾਰਥ ਏਰੀਆ ਹੈਗਾ ਉਹ ਜ਼ਿਆਦਾ ਇਫੈਕਟਿਵ ਹੈਗਾ। ਸਾਨੂੰ ਉੱਥੇ ਦਵਾਈ ਜਿਹੜੀ ਜ਼ਿਆਦਾ ਚਾਹੀਦੀ ਹੈਗੀ ਆ ਔਰ ਇਮੀਡੀਏਟਲੀ ਚਾਹੀਦੀ ਹੈ। ਜੇ ਅਸੀਂ ਉੱਥੇ ਸੋਚੀਏ ਵੀ ਕੋਈ ਨਹੀਂ ਜੀ ਜਿਹੜਾ ਮਰਜ਼ੀ ਆ ਕੇ ਟੀਕਾ ਲਵਾ ਗਿਆ, ਇੱਦਾਂ ਦੀ ਗੱਲ ਨਹੀਂ। ਉੱਥੇ ਤਾਂ ਵਾਰ ਫੁਟਿੰਗ ਤੇ ਹੀ ਕੰਮ ਕਰਨਾ ਪਊਗਾ। ਜੀ ਬਿਲਕੁਲ। ਜਿੰਨਾ ਚਿਰ ਤੱਕ ਵਾਰ ਫੁਟਿੰਗ ਤੇ ਕੰਮ ਨਹੀਂ ਕੀਤਾ ਜਾਂਦਾ ਸ਼ਾਇਦ ਇਸ ਬਿਮਾਰੀ ਤੇ ਕਾਬੂ ਵੀ ਨਹੀਂ ਪਾਇਆ ਜਾ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ ਜੀ। ਦੂਜੀ ਇਹਦੇ ਨਾਲ ਜੁੜਦੀ ਜਿਹੜੀ ਗੱਲ ਕੋਵਿਡ-19 ਨਾਲ ਜੁੜਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਵਿਨੀਪੈਗ ਦੇ ਵਿੱਚ ਜਾਂ ਟੋਟਲ ਮੈਨੀਟੋਬਾ ਦੇ ਵਿੱਚ ਸਾਰੇ ਸਕੂਲ ਜਿਹੜੇ ਆ ਹੌਲੀਡੇਜ਼ ਤੋਂ ਬਾਅਦ ਜੀ ਜਿਹੜੇ ਹੁਣ ਵਿੰਟਰ ਹੌਲੀਡੇਜ਼ ਆਫਟਰ ਕ੍ਰਿਸਮਸ ਬ੍ਰੇਕ ਕ੍ਰਿਸਮਸ ਹੌਲੀਡੇਜ਼ ਆਪਾਂ ਕਹਿੰਦੇ ਆ, ਵਿੰਟਰ ਬ੍ਰੇਕ ਕਹਿੰਦੇ ਆ, ਇਹ ਤੋਂ ਬਾਅਦ ਘੱਟੋ ਘੱਟ 2 ਹਫ਼ਤਿਆਂ ਵਾਸਤੇ ਸਾਰੇ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ। ਹਾਂਜੀ ਉਹ ਬਿਲਕੁਲ ਅਨਾਉਂਸਮੈਂਟ ਹੋ ਚੁੱਕੀ ਹੈ ਔਰ ਸਕੂਲਾਂ ਵਿੱਚ ਬੱਚਿਆਂ ਨੂੰ ਜਿਹੜੀ ਇਹ ਰਿਮੋਟ ਲਰਨਿੰਗ ਬਾਰੇ ਗਾਈਡ ਕੀਤਾ ਜਾਂਦਾ। ਜੀ ਜੀ ਬਿਲਕੁਲ। ਪੇਰੈਂਟਸ ਨੂੰ ਵੀ ਗਾਈਡਲਾਈਨਸ ਭੇਜੀਆਂ ਗਈਆਂ, ਈਮੇਲ ਭੇਜੀਆਂ ਜਾਂਦੀਆਂ, ਟੀਚਰਾਂ ਦੇ ਫੋਨ ਕਾਲ ਆਉਂਦੇ ਹੈਗੇ, ਦੱਸਿਆ ਜਾਂਦਾ ਉਹਨਾਂ ਨੂੰ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਘਰ ਵੀ ਪੜ੍ਹਾ ਸਕਦੇ। ਜੀ ਬਿਲਕੁਲ। ਵੱਡੀਆਂ ਕਲਾਸਾਂ ਤੇ ਬਿਲਕੁਲ ਹੀ ਬੰਦ ਆ ਜੀ, ਨੋ ਐਕਸਕਿਊਜ਼। ਜੀ ਪਰ ਛੋਟੀਆਂ ਕਲਾਸਾਂ ਜਿਹੜੀਆਂ KG ਤੋਂ ਲੈ ਕੇ ਅਪ ਟੂ 7th ਸ਼ਾਇਦ 6th 7th ਉੱਥੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਪਸ਼ਨਲ ਹੈਗਾ, ਬੱਚੇ ਆ ਵੀ ਸਕਦੇ ਨਹੀਂ ਵੀ ਆ ਸਕਦੇ। ਪਰ ਮੈਨੂੰ ਲੱਗਦਾ ਕਿ ਇਹ ਅਲਾਰਮਿੰਗ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਖੁਦ ਬਖੁਦ ਇਹ ਮਹਿਸੂਸ ਕਰਦੇ ਹੋਣਗੇ। ਜੀ ਕਰ ਰਹੇ ਨੇ ਜੀ ਬਿਲਕੁਲ ਕਿ ਉਹ ਨਾ ਸਕੂਲ 'ਚ ਭੇਜਣ ਬੱਚਿਆਂ ਨੂੰ। ਬਿਲਕੁਲ। ਜਿਸ ਤਰ੍ਹਾਂ ਗੌਰਮੈਂਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਵੀ ਤੁਸੀਂ ਇੱਕ ਗੱਡੀ ਦੇ ਵਿੱਚ ਇੱਕ ਫੈਮਿਲੀ ਮੈਂਬਰ ਹੀ ਜਾ ਸਕਦੇ ਹੋ, ਸਟੋਰ ਦੇ ਉੱਤੇ ਗੈਦਰਿੰਗ ਨਹੀਂ ਕਰ ਸਕਦੇ। ਪੇਰੈਂਟਸ ਨੇ ਜਿਹੜੇ ਉਹ ਇਸ ਬਾਰੇ ਵੀ ਚਿੰਤਤ ਨੇ ਵੀ ਬੱਚੇ ਫਿਰ ਸਕੂਲ ਜਾ ਰਹੇ ਨੇ ਵੀ ਉਹ ਤਾਂ ਇਕੱਠੇ ਹੋ ਰਹੇ ਨੇ, ਤੁਸੀਂ ਸਾਡੇ ਤੇ ਇਹ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ। ਪੇਰੈਂਟਸ ਇਸ ਬਾਰੇ ਚਿੰਤਤ ਹੈਗੇ ਨੇ ਜੀ। ਮੈਨੂੰ ਇਹ ਵੀ ਲੱਗਦਾ ਜੀ, ਚਲੋ ਇਹ ਦੁਖਦ ਖਬਰ ਹੈ, ਸੁਖਦ ਨਹੀਂ ਹੈ, ਚੰਗੀ ਨਹੀਂ ਹੈ ਜੀ। ਭਾਵੇਂ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਫੈਸਲਾ ਕੀਤਾ ਕਿ 2 ਹਫ਼ਤਿਆਂ ਵਾਸਤੇ ਤੇ ਅਸੀਂ ਇਹ ਰਿਮੋਟ ਲਰਨਿੰਗ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ, ਯਾਨੀ ਸਕੂਲ ਬੰਦ ਕਰ ਰਹੇ ਹਾਂ। ਜੀ ਮੈਨੂੰ ਲੱਗਦਾ ਕਿ ਜੇ ਹਾਲਾਤ ਨਾ ਸੁਧਰੇ ਤੇ 2 ਹਫ਼ਤਿਆਂ ਦੀ ਬਜਾਏ 2 ਮਹੀਨੇ ਵੀ ਹੋ ਸਕਦੇ ਜੀ ਬਿਲਕੁਲ, ਵੱਧ ਵੀ ਹੋ ਸਕਦੇ। ਸੋ ਸਾਨੂੰ ਸਾਰਿਆਂ ਨੂੰ ਇਹ ਚੌਕਸ ਹੋਣ ਦੀ ਲੋੜ ਹੈ, ਕੋਆਪਰੇਟ ਕਰਨ ਦੀ ਲੋੜ ਹੈ। ਜੇ ਅਸੀਂ
ਇਹ ਥੋੜੀ ਜਿਹੀ ਵੀ ਢਿੱਲ ਮਿਲਦੀ ਆ ਤੇ ਉਹਦਾ ਕੋਈ ਨਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਆ, ਇਹ ਗਲਤ ਗੱਲ ਹੈ ਜੀ। ਬਿਲਕੁਲ। ਜੇ ਉਹਨਾਂ ਨੇ ਕਿਹਾ ਹੈਗਾ ਹੈਲਥ ਅਥਾਰਟੀ ਨੇ ਜਿਵੇਂ ਤੁਸੀਂ ਕਾਰ ਵਿੱਚ ਵੀ ਬੈਠੇ ਹੋ ਤੇ ਇੱਕ ਫੈਮਿਲੀ ਦੇ ਵਿੱਚ ਜੀ, ਇੱਕ ਫੈਮਿਲੀ ਉਹਨਾਂ ਨੇ ਅਲਾਓ ਹੈਗੀ ਆ, ਬਟ ਤੁਹਾਡੇ ਕੋਲ ਜੇ ਪ੍ਰੀਕਾਸ਼ਨ ਰੱਖੋ, ਤੁਸੀਂ ਮਾਸਕ ਵਗੈਰਾ ਜ਼ਰੂਰੀ ਆ, ਪਾ ਸਕਦੇ ਹੋ, ਪਾਉਣੇ ਚਾਹੀਦੇ ਨੇ। ਚਲੋ ਫੈਮਿਲੀ ਵਾਲੇ ਇੱਕੋ ਫੈਮਿਲੀ ਦੇ ਹੈਗੇ ਆ, ਤੁਸੀਂ ਅਵੋਇਡ ਕਰ ਸਕਦੇ ਹੋ, ਮਾਸਕ ਤੁਹਾਡੇ ਕੋਲ ਹੋਵੇ ਤਾਂ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤੁਸੀਂ ਵਿਦਆਊਟ ਮਾਸਕ ਕਾਰ ਚੋਂ ਬਾਹਰ ਨਿਕਲਦੇ ਹੋ ਤੁਹਾਨੂੰ ਟਿਕਟ ਮਿਲ ਸਕਦੀ ਜੀ। ਬਿਲਕੁਲ, ਕਿਸੇ ਪਬਲਿਕ ਪਲੇਸ ਤੇ, ਕਿਸੇ ਗਰੋਸਰੀ ਸਟੋਰ ਤੇ ਗੈਸ ਵੀ ਪਾਉਣ ਜਾ ਰਹੇ ਆ, ਕੋਈ ਪੇ ਕਰਨ ਜਾ ਰਹੇ ਆ ਜੀ, ਉੱਥੇ ਵੀ ਜ਼ਰੂਰੀ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ। ਔਰ ਜੇ ਇੱਕ ਫੈਮਿਲੀ, ਔਰ ਤੁਸੀਂ ਜੇ ਕਹੋ ਜੀ ਅਸੀਂ ਉਹ ਇੱਕੋ ਫੈਮਿਲੀ ਆ ਜੀ, ਯਾਰ ਦੋਸਤ ਇੱਕੋ ਫੈਮਿਲੀ ਹੁੰਦੇ, ਯਾਰ ਦੋਸਤ ਸਿਰਫ ਇੱਕ ਫੈਮਿਲੀ ਨਹੀਂ ਹੈਗੇ, ਤੁਸੀਂ ਇੱਕ ਫੈਮਿਲੀ ਦਾ ਮਤਲਬ ਇੱਕ ਐਡਰੈਸ ਜੀ। ਬਿਲਕੁਲ, ਜਿਹੜੇ ਪੁਲਿਸ ਆਫੀਸਰ ਹੈ ਜਾਂ ਜਿਹੜੀਆਂ ਕੋਈ ਅਥਾਰਟੀਜ਼ ਹੈ ਤੁਹਾਨੂੰ ਰੋਕ ਕੇ ਕਹਿ ਸਕਦੀਆਂ ਕਿ ਦਿਖਾਓ ਆਪਣੀ ਆਈਡੀ ਦਿਖਾਓ ਜੀ। ਬਿਲਕੁਲ, ਉਦੋਂ ਤੁਸੀਂ ਬਹਾਨਾ ਜਾਂ ਮਾਰੀ ਚਲੋ ਨਹੀਂ ਮੇਰੀ ਆਈਡੀ ਤਾਂ ਹੈ ਹੀ ਨਹੀਂ ਮੇਰੇ ਕੋਲ ਜਾਂ ਘਰ ਰਹਿ ਗਈ, ਇਦਾਂ ਦੀ ਕੋਈ ਬਹਾਨਾ ਮਾਰ ਲਓ, ਇਹ ਚੱਲਣਾ ਨਹੀਂ ਜੀ। ਬਿਲਕੁਲ, ਉਹਨਾਂ ਨੇ ਕੋਈ ਜਿਹੜੀ ਚਲਾਨ ਬੁੱਕ ਰੈਡੀ ਆ ਉਹਨਾਂ ਕੋਲ 1296 ਟਿਕਟ ਪੜਾ ਕੇ ਪੜਾ ਜਨੇ ਆ, ਬਸ ਤੁਸੀਂ ਬਾਅਦ ਚ ਸਾਬਤ ਕਰਦੇ ਰਹੋ ਕਿ ਇੱਕ ਐਡਰੈਸ ਆ ਜਾਂ ਦੋ ਐਡਰੈਸ ਨੇ ਜੀ। ਬਿਲਕੁਲ, ਬਾਅਦ ਤੁਸੀਂ ਦੱਸਦੇ ਰਹੋ ਕੋਰਟ 'ਚ ਜਾ ਕੇ ਕਿ ਨਹੀਂ ਜੀ ਮੈਂ ਤਾਂ 1296 ਜੀ ਐਵੇਂ ਮੈਨੂੰ ਟਿਕਟ ਦੇਤੀ ਹੈਗੀ, ਅਸੀਂ ਤਾਂ ਸਾਰੇ ਇੱਕੋ ਫੈਮਿਲੀ ਦੇ ਸੀ। ਉਸ ਖੱਜਲ ਖੁਆਰੀ ਨੂੰ ਬਚਣ ਤੋਂ ਪਹਿਲਾਂ ਇਹ ਕਰੋ ਕਿ ਇੱਕ ਫੈਮਿਲੀ ਦੇ ਹੀ ਜਾਓ ਜਾਂ ਬਿਨਾਂ ਲੋੜ ਤੋਂ ਨਾ ਜਾਓ ਜੀ। ਬਿਲਕੁਲ, ਇੱਥੇ ਇਕੱਲੀ ਇਹ ਨਹੀਂ ਹੈਗਾ ਵੀ ਪੁਲਿਸ ਹੀ ਹੈਗੀ ਆ, ਜਿਹੜੇ ਹੋਰ ਇਹਨਾਂ ਨੇ ਜਿਸ ਤਰ੍ਹਾਂ ਇੱਕ ਪ੍ਰਾਈਵੇਟ ਕੰਪਨੀ ਹਾਇਰ ਕੀਤੀ ਹੈਗਾ ਤੇ ਉਹ ਵੀ ਵਾਚ ਕਰਦੇ ਨੇ ਜੀ। ਉਹ ਵੀ ਯੂਜ਼ਲੀ ਉਹ ਮਤਲਬ ਗਰੋਸਰੀ ਸਟੋਰ, ਪਬਲਿਕ ਪਲੇਸਿਸ ਦੇ ਕੋਈ ਆਪਣੇ ਮਾਲ ਨੇ, ਉਹਨਾਂ ਦੇ ਪਾਰਕਿੰਗ ਲੋਟ ਦੇ ਵਿੱਚ ਖੜ ਕੇ ਵੀ ਉਹ ਵਾਚ ਕਰਦੇ ਨੇ ਜਿੱਥੇ ਵੀ ਪਬਲਿਕ ਦਾ ਆਉਣਾ ਜਾਣਾ ਹੈ। ਬਿਲਕੁਲ ਠੀਕ ਹੈ ਗੱਲ ਜੀ। ਦੂਸਰੀ ਜਿਹੜੀ ਗੱਲ ਬੜੀ ਇੰਪੋਰਟੈਂਟ ਮੈਂ ਕਰਨ ਜਾ ਰਿਹਾ ਜੀ, ਉਹ ਇਹ ਸੀਗੀ ਕਿ ਸਾਰੇ ਹੀ ਗਰੋਸਰੀ ਸਟੋਰਾਂ ਨੂੰ ਵੀ ਇਹ ਹਦਾਇਤਾਂ ਕਰਤੀਆਂ ਗਈਆਂ ਜੀ। ਬਿਲਕੁਲ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਕ੍ਰਿਸਮਸ ਹੋਣੀ ਆ, ਬਾਕਸਿੰਗ ਡੇ ਹੋਣਾ, ਨਵਾਂ ਸਾਲ ਆਉਣਾ, ਉਹਦੇ ਵਿੱਚ ਤੁਸੀਂ ਲੋਕਾਂ ਦੀ ਭੀੜ ਹਜੂਮ ਇਕੱਠਾ ਕਰਨ ਦੀ ਬਜਾਏ ਉਹ ਜਿਹੜੇ ਬਿਗ ਬਾਕਸ ਸਟੋਰ ਹੈ ਉਹਨਾਂ ਨੇ ਉਹਨਾਂ ਦੀਆਂ ਸੇਲਾਂ ਤੇ ਰੋਕ ਲਾਤੀ ਹੈ ਜੀ। ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਵਾਲੇ ਪਾਸੇ ਉਸ ਸਾਈਡ ਤੇ, ਵੱਡੇ ਸਟੋਰ ਦੇ ਵਿੱਚ ਉਸ ਸਾਈਡ ਤੇ ਜਿੱਥੇ ਕਿ ਬੇਲੋੜੀਆਂ ਚੀਜ਼ਾਂ, ਜਿੱਥੇ ਬੇਲੋੜੀਆਂ ਦੀ ਸੈਂਸ ਵੀ ਤੁਸੀਂ ਅਸੈਂਸ਼ੀਅਲਸ ਨਹੀਂ ਹੈਗੀਆਂ ਉਹਨਾਂ ਤੇ ਤੁਸੀਂ ਉਹਨਾਂ ਦੀ ਸੇਲ ਨਾ ਕਰੋ ਜੀ। ਹਾਂ, ਈਵਨ ਦੈਨ ਤੁਸੀਂ ਚੀਜ਼ ਬਾਏ ਕਰ ਸਕਦੇ, ਆਨਲਾਈਨ ਕਰ ਲਓ ਜੀ। ਬਿਲਕੁਲ, ਫੋਨ ਤੇ ਆਰਡਰ ਕਰ ਸਕਦੇ ਹੈਗੇ। ਇਸ ਕਰਕੇ ਹਰ ਇੱਕ ਬੰਦੇ ਨੂੰ ਭਾਵੇਂ ਚਾਅ ਹੈ ਕਿ ਨਵਾਂ ਸਾਲ ਆਉਣ ਵਾਲਾ, ਅਸੀਂ ਤਾਂ ਨਵਾਂ ਟੀਵੀ ਲੈਣਾ, ਅਸੀਂ ਨਵਾਂ ਕੰਪਿਊਟਰ ਲੈਣਾ, ਅਸੀਂ ਨਵਾਂ ਫੋਨ ਲੈਣਾ, ਹੋਰ ਨਹੀਂ ਹੋਰ ਤੇ ਵੀ ਨਵੇਂ ਕੱਪੜੇ ਲੈਣੇ ਚਾਹੀਦੇ। ਮੈਂ ਨਹੀਂ ਇਸ ਗੱਲ ਦੇ ਹੱਕ ਇੱਕ ਬੰਦੇ ਨੂੰ ਸ਼ੌਕ ਹੁੰਦਾ ਜੀ ਸ਼ਾਪਿੰਗ ਕਰਨ ਦਾ, ਐਂਡ ਆਫ ਦਾ ਈਅਰ ਤਾਂ ਮਤਲਬ ਇੱਥੇ ਰਿਵਾਜ ਹੈਗਾ ਜੀ, ਸਾਰਿਆਂ ਨੂੰ ਸ਼ੌਕ ਹੁੰਦਾ ਜੀ। ਬਿਲਕੁਲ, ਪਰ ਜਿਹੜੀ ਹਾਲਾਤ ਬਣੇ ਹੋਏ ਆ ਉਹਨੂੰ ਧਿਆਨ ਚ ਰੱਖਣ ਦੀ ਲੋੜ ਹੈ ਜੀ। ਬਿਲਕੁਲ, ਬਲਕਿ ਹੁਣ ਆਨਲਾਈਨ ਜਿਹੜੀਆਂ ਸ਼ਾਪਿੰਗਸ ਆਨਲਾਈਨ ਹੈਗੀਆਂ ਨੇ, ਹੁਣੇ ਤੋਂ ਹੀ ਜਿਹੜੀਆਂ ਜਿੰਨੇ ਵੀ ਵੱਡੇ ਸਟੋਰ ਨੇ ਜੀ, ਚਾਹੇ ਉਹ ਟੀਵੀ ਨੇ, ਮੋਬਾਈਲ ਫੋਨ ਨੇ, ਲੈਪਟਾਪ ਨੇ, ਬੱਚਿਆਂ ਦੇ ਗੈਜਟਸ ਨੇ, ਈਵਨ ਆਪਣੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਟੈਬਲੇਟਸ ਨੇ ਯੂਜ਼ ਕਰਨ ਲਈ, ਇਲੈਕਟ੍ਰੋਨਿਕਸ ਜੋ ਵੀ ਆਈਟਮਸ ਨੇ, ਹੋਰ ਵੀ ਕਾਫੀ ਕੁਛ ਨੇ ਜਿਹੜੇ ਉਹ ਹੁਣ ਤੋਂ ਹੀ ਵੱਡੀਆਂ ਕੰਪਨੀਆਂ ਨੇ, ਵੱਡੇ ਸਟੋਰਾਂ ਨੇ, ਉਹਨਾਂ ਦੀ ਸੇਲ ਆਲਰੇਡੀ ਚੱਲ ਰਹੀ ਆ। ਉਹ ਬਾਕਸਿੰਗ ਡੇ ਨੂੰ ਸਸਤਾ ਨਹੀਂ ਮਿਲਣਾ, ਹੁਣ ਵੀ ਮਿਲਦਾ। ਬਿਲਕੁਲ ਜੀ, ਉਹ ਕਹਿ ਕੇ ਦੇ ਰਹੇ ਨੇ ਵੀ ਅਸੀਂ ਕੰਸੀਡਰ ਕਰਾਂਗੇ ਜੋ ਵੀ ਉਸ ਟਾਈਮ ਦੀਆਂ ਪ੍ਰਾਈਸਿਸ ਹੋਣਗੀਆਂ। ਜੇ ਅੱਜ ਤੁਸੀਂ ਬਾਏ ਕਰ ਲੈਂਦੇ ਹੋ ਤੇ ਬਾਕਸਿੰਗ ਡੇ ਨੂੰ ਮੰਨ ਲਓ ਚੀਜ਼ ਸਸਤੀ ਲੱਗਦੀ, ਤੁਹਾਨੂੰ ਉਹਦੀ ਉਹ ਰਿਬੇਟ ਦੇ ਦੇਣਗੇ, ਤੁਹਾਨੂੰ ਕ੍ਰੈਡਿਟ ਦੇ ਦੇਣਗੇ ਜੀ। ਇਸ ਕਰਕੇ ਮਤਲਬ ਇਹ ਹਫੜਾ ਦਫੜੀ ਮਚਾਉਣ ਦੀ ਬਜਾਏ ਇਹ ਧਿਆਨ ਰੱਖਣ ਦੀ ਲੋੜ ਹੈਗੀ ਆ ਜੀ। ਬਿਲਕੁਲ, ਇਹ ਸਾਡੇ ਆਪਣੇ ਭਲੇ ਦੀ ਗੱਲ ਆ, ਸਾਡੇ ਆਪਣੇ ਫਾਇਦੇ ਦੀ ਗੱਲ ਹੈਗੀ ਆ। ਅਸੀਂ ਇਸ ਮੁਸੀਬਤ ਤੋਂ ਛੇਤੀ ਨਿਕਲ ਜਾਵਾਂਗੇ ਬਾਹਰ, ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹ ਫੈਸਲਾ ਕਰ ਲਿਆ ਕਿ ਇਹਦੀ ਵਾਰ ਫੁਟਿੰਗ ਤੇ ਵੈਕਸੀਨ ਜਿਹੜੀ ਆ ਉਹ ਸਾਰੇ ਲੋਕਾਂ ਨੂੰ ਦਿੱਤੀ ਜਾਊਗੀ। ਬੇਸ਼ੱਕ ਉਹਦਾ ਜਿਹੜੇ ਚੰਗੇ ਰਿਜ਼ਲਟ ਹੈ ਉਹ ਅਜੇ ਤਾਂ ਨਹੀਂ, ਕੁਝ ਸਮਾਂ ਬਾਅਦ ਪਤਾ ਲੱਗਣਗੇ, ਪਰ ਵੈਕਸੀਨ ਵਾਰ ਫੁਟਿੰਗ ਤੇ ਦੇਣੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਜੀ। ਬਿਲਕੁਲ। ਹੈਲਥ ਡਿਪਾਰਟਮੈਂਟ ਵੱਲੋਂ ਵੀ ਜੋ ਇੰਸਟਰਕਸ਼ਨ ਨੇ ਲੋਕਾਂ ਨੂੰ ਫੋਲੋ ਕਰਨੀ ਚਾਹੀਦੀਆਂ ਨੇ ਟਾਈਮ ਟੂ ਟਾਈਮ। ਉਹ ਵੀ ਹਰ ਰੋਜ਼ ਜਿਸ ਤਰ੍ਹਾਂ ਇੱਕ ਬੁਲਟਨ ਉਹਨਾਂ ਦਾ ਆਉਂਦਾ ਹੈਗਾ, ਗਵਰਨਮੈਂਟ ਕਹਿ ਰਹੀ ਹੈ ਵੀ ਗਾਈਡਲਾਈਨਸ ਨੇ, ਮਾਸਕ ਆ, ਸੈਨੀਟਾਈਜ਼ ਆ, ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਮਾਸਕ ਕੰਪਲਸਰੀ ਹੈ ਜੀ ਇਸ ਲਈ, ਕਿਉਂਕਿ ਸੈਨੀਟਾਈਜ਼ਰ ਲੋਕ ਕੁਝ ਜ਼ਿਆਦਾ ਯੂਜ਼ ਕਰ ਰਹੇ ਨੇ, ਉਹ ਵੀ ਕਈ ਵਾਰੀ ਕੋਈ ਹੋਰ ਬਿਮਾਰੀ ਨੂੰ ਵੀ ਦੇ ਸਕਦਾ। ਘਰੇ ਆਪਾਂ ਜੇ ਘਰੇ ਤਾਂ ਹੈਂਡ ਵਾਸ਼ ਕਰੋ, ਹੱਥ ਧੋ ਲਓ ਜੀ। ਬਿਲਕੁਲ, ਸੈਨੀਟਾਈਜ਼ਰ ਉਸ ਜਗ੍ਹਾ ਤੇ ਯੂਜ਼ ਕਰਨਾ ਚਾਹੀਦਾ ਜਿੱਥੇ ਪਾਣੀ ਅਵੇਲੇਬਲ ਨਹੀਂ। ਅਦਰਵਾਈਜ਼ ਹੁਣ ਆਫਿਸ ਤੁਸੀਂ ਕਿਸੇ ਜਾਂਦੇ ਹੋ, ਅਗਲੇ ਪਾਣੀ ਦੀ ਬਾਲਟੀ ਖੜੀ ਰੱਖੀ ਆ, ਮੋਰੇ ਵਾਸ਼ ਬੇਸਨ ਖੜੀ ਲੱਗਾ ਹੋਇਆ, ਕੋਈ ਹੱਥ ਧੋ ਕੇ ਅੰਦਰ ਜਾਓ, ਉੱਥੇ ਨੈਚੁਰਲੀ ਤੁਹਾਨੂੰ ਸੈਨੀਟਾਈਜ਼ਰ ਹੀ ਯੂਜ਼ ਕਰਨਾ ਪਊਗਾ, ਮਾਸਕ ਤੁਹਾਨੂੰ ਰੱਖਣਾ ਜੀ। ਇੱਕ ਕੌਸ਼ਿਕ ਸਾਹਿਬ ਜੀ, ਤੁਸੀਂ ਤਜਰਬੇਕਾਰ ਹੋ, ਦੱਸਿਓ ਵੀ ਸਨੋ ਕਿਉਂ ਨਹੀਂ ਪੈ ਰਹੀ ਯਾਰ?
ਸਨੋ ਜਿਵੇਂ ਮੈਂ ਆਪਣੇ ਪਿਛਲੇ ਪ੍ਰੋਗਰਾਮ 'ਚ ਗੱਲ ਕਰੀ ਜੀ, ਇਸ ਵਾਰੀ ਸੁੱਕੀ ਠੰਡ ਦਾ ਮਾਹੌਲ ਜ਼ਿਆਦਾ ਹੈ। ਸੁੱਕੀ ਠੰਡ ਹੋਊਗੀ ਜੀ, ਬਿਲਕੁਲ। ਸੁੱਕੀ ਠੰਡ ਹੁੰਦੀ ਤਾਂ ਮਾੜੀ ਵੈਸੇ। ਹਾਂ ਬਿਲਕੁਲ ਜੀ, ਉਹਦੇ ਨਾਲ ਥੋੜੀ ਜਿਹੀ ਇਨਫੈਕਸ਼ਨਸ ਜ਼ਿਆਦਾ ਹੋਣਗੀਆਂ। ਕਿਸ ਤਰੀਕੇ ਦੀ ਇਨਫੈਕਸ਼ਨ? ਜਿਸ ਤਰ੍ਹਾਂ ਜੀ ਆਮ ਜਨਰਲ ਖੰਘ ਜ਼ੁਕਾਮ ਨਜ਼ਲਾ ਜਿਹੜੇ ਵੀ ਹੈਗੇ ਨੇ, ਛਿੱਕਾਂ, ਅੱਖਾਂ ਦੇ ਵਿੱਚੋਂ ਪਾਣੀ, ਜੋ ਬੈਕ ਹੋਮ ਤੇ ਹੁੰਦਾ ਸੀਗਾ। ਜੀ ਬਿਲਕੁਲ ਬਿਲਕੁਲ। ਸਿਆਲਾਂ ਦੇ ਦਿਨਾਂ 'ਚ ਸ਼ੁਰੂ ਵਿੱਚ ਜਦੋਂ ਮੌਸਮ ਬਦਲ ਕੇ ਆਉਂਦਾ, ਸਰਦੀ ਜੀ ਲੱਗਣੀ ਸ਼ੁਰੂ ਹੁੰਦੀ ਆ, ਉਦੋਂ ਅਸੀਂ ਥੋੜੀ ਲਾਪਰਵਾਹੀ ਕਰਦੇ ਹਾਂ, ਕੱਪੜੇ ਮੋਟੇ ਨਹੀਂ ਪਾਉਂਦੇ। ਜੀ ਜੀ ਬਿਲਕੁਲ। ਠੀਕ ਹੈ ਜੀ। ਹੁਣ ਉਹਦੇ ਨਾਲ ਇੱਕ ਹੋਰ ਗੱਲ ਹੈ ਜੀ, ਸਨੋ ਭਾਵੇਂ ਨਹੀਂ ਪੈ ਰਹੀ ਜੀ, ਪਰ ਸਿਟੀ ਆਫ ਵਿਨੀਪੈਗ ਨੇ ਜਿਹੜਾ ਹਾਂਜੀ ਉਹ ਪਾਰਕਿੰਗ ਨੇ ਜਿਹੜੀਆਂ ਬੈਨ ਸਨੋ ਰੂਟਸ ਨੇ ਜਿਹੜੇ ਉਹ ਸਟਾਰਟ ਕਰ ਦਿੱਤੇ, ਉਹ ਸਨੋ ਰੂਟ ਸ਼ੁਰੂ ਹੋ ਚੁੱਕੇ ਜੀ। ਕੱਲ ਨੂੰ ਅਸੀਂ ਇਹ ਨਾ ਸੋਚੀਏ ਕਿ ਸਨੋ ਤਾਂ ਪਈ ਨਹੀਂ, ਰੂਟ ਦਾ ਜੀ ਰੂਟ ਕਰ ਬਿਲਕੁਲ ਬਿਲਕੁਲ। ਠੀਕ ਹੈ ਜੀ, ਉਸ ਤਰੀਕੇ ਨਾਲ ਹੀ ਸਨੋ ਰੂਟ ਦਾ ਤੁਹਾਨੂੰ ਆਪਣੀਆਂ ਸਟਰੀਟਾਂ ਦਾ ਪਤਾ ਹੋਣਾ ਚਾਹੀਦਾ ਕਿ ਉਸ ਸਟਰੀਟ ਵਿੱਚ ਕਿਹੜੇ ਟਾਈਮ ਤੋਂ ਕਿਹੜੇ ਟਾਈਮ ਤੱਕ ਜੀ ਬਿਲਕੁਲ ਜਿਹੜਾ ਵਾ ਉਹ ਕਾਰ ਤੁਹਾਡੀ ਗੱਡੀ ਪਾਰਕ ਕਰਨ ਤੇ ਪਾਬੰਦੀ ਹੈ ਜੀ। ਬਿਲਕੁਲ। ਸਿਟੀ ਆਫ ਵਿਨੀਪੈਗ ਵੱਲੋਂ ਇੱਕ ਜਿਹੜਾ ਐਪ ਵੀ ਕਾਫੀ ਦੇਰ ਤੋਂ ਲਾਂਚ ਕੀਤਾ ਹੋਇਆ ਹੈਗਾ, ਨੋ ਯੂਅਰ ਜ਼ੋਨ। ਉਹਦੇ ਵਿੱਚ ਸਪੈਸ਼ਲ ਇੰਸਟਰਕਸ਼ਨਸ ਜੋ ਵੀ ਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ, ਜਿਸ ਤਰ੍ਹਾਂ ਹੁਣ ਇਹ 1 ਦਸੰਬਰ ਤੋਂ ਲੈ ਕੇ ਆਈ ਥਿੰਕ 31 ਜਨਵਰੀ ਹੈਗਾ ਇਹਦਾ ਜਿਹੜਾ ਡੇਟ ਹੈਗੀ ਆ, ਉਹ ਜਦ ਤੱਕ ਇਹ ਜਿਹੜਾ ਸ਼ਾਇਦ 31 ਜਨਵਰੀ ਜਾਂ 31 ਮਾਰਚ ਕੁਛ ਇਸ ਤਰ੍ਹਾਂ ਜਿਹਾ 31 ਮਾਰਚ ਹੁੰਦਾ ਜੀ 31 ਮਾਰਚ ਜੀ ਉੱਥੇ ਤੱਕ ਦੇ ਜਿਹੜੇ ਰੂਲਸ ਇੰਸਟਰਕਸ਼ਨਸ ਨੇ ਉਹ ਫਾਲੋ ਕਰਨੇ ਚਾਹੀਦੇ ਨੇ। ਨਹੀਂ ਤਾਂ ਫਿਰ ਉਹੀ ਕੋਵਿਡ ਦੇ ਇਸ ਮੰਦੀ ਦੇ ਦੌਰਾਨ ਵੀ ਜਿਹੜੀਆਂ ਟਿਕਟਾਂ ਨੇ ਜੀ ਉਹ ਰਾਤ ਨੂੰ 12 ਤੋਂ 7 ਸੁੱਤੇ ਪਈ ਧਰ ਜਾਣੀਆਂ। ਇੱਕ ਤਾਂ ਕੰਮ ਛੁੱਟੇ ਹੋਏ ਆ ਤਾਂ ਤੁਹਾਨੂੰ ਟਿਕਟ ਲੱਗ ਜਾਏ ਜੀ, ਬਿਲਕੁਲ ਸੁੱਤੇ ਪਈ ਧਰ ਜਾਣੀਆਂ ਜੀ ਉਹਨਾਂ ਨੇ। ਸਵੇਰੇ ਉੱਠ ਕੇ ਦੇਖਦੇ ਜੀ ਸਵੇਰੇ ਸੁੱਤੇ ਉੱਠਦੇ ਤੁਹਾਡੇ ਬਾਹਰ ਟਿਕਟ ਲੱਗੀ ਹੋਵੇ ਜੀ, ਬਿਲਕੁਲ ਉਹਦੇ ਤੇ ਕੋਈ ਐਕਸਕਿਊਜ਼ ਨਹੀਂ ਹੈਗਾ ਜੀ। ਬਿਲਕੁਲ। ਹੁਣ ਉਹੀ ਮੈਂ ਕਹਿੰਦਾ ਸੀ ਜੀ, ਭਾਵੇਂ ਸਨੋ ਹੈਗੀ ਭਾਵੇਂ ਨਹੀਂ ਹੈ ਜੀ ਬਿਲਕੁਲ, ਪਰ ਪਤਾ ਕੋਈ ਨਹੀਂ ਮੌਸਮ ਦਾ ਕਦੋਂ, ਅਸੀਂ ਤਾਂ ਭਵਿੱਖਬਾਣੀ ਨਹੀਂ ਕਰ ਸਕਦੇ ਜੀ। ਬਿਲਕੁਲ ਠੀਕ ਹੈ ਜੀ। ਕਈ ਵਾਰ ਤੁਸੀਂ ਦੇਖਿਆ ਨਾ ਲਾਸਟ ਵੀਕ ਵੈਦਰ ਤਕਰੀਬਨ ਪਲੱਸ ਵਿੱਚ ਤਕਰੀਬਨ ਰਿਹਾ ਜੀ। ਬਿਲਕੁਲ। ਅੱਜ ਕੁਝ ਮਾਈਨਸ ਵਿੱਚ ਸੀ, ਆਉਣ ਵਾਲੇ ਦਿਨਾਂ ਵਿੱਚ ਵੀ ਲਿਟਲ ਬਿਟ ਮਾਈਨਸ ਪਲੱਸ ਚੱਲਦਾ ਰਹਿਣਾ। ਸਨੋ ਪੈਣ ਦੀ ਸੰਭਾਵਨਾ ਭਾਵੇਂ ਘੱਟ ਹੈ ਪਰ ਪਤਾ ਨਹੀਂ ਕਦੋਂ ਪੈ ਜਾਣੀ ਹੈ। ਇਸ ਕਰਕੇ ਜਿਹੜਾ ਉਹ ਹੁਣ ਸਨੋ ਪੈਣ ਤੋਂ ਬਾਅਦ ਸਿਟੀ ਅਨਾਉਂਸ ਕਰੇ ਕਿ ਨਹੀਂ ਜੀ ਤੁਸੀਂ ਗੱਡੀਆਂ ਆਪਦੀਆਂ ਪਿੱਛੇ ਕਰ ਲਓ ਤੇ ਔਖਾ ਹੋ ਜੂ ਕੰਮ, ਪਹਿਲੇ ਧਿਆਨ ਰੱਖਣ ਦੀ। ਜੀ ਬਿਲਕੁਲ। ਇੱਕ ਜਾਣਕਾਰੀ ਹੋਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆਪਾਂ ਵੀ ਇੱਕ ਇਹ ਜਿਹੜੇ ਟਿਕਟ ਨੇ, ਕੱਲੀ ਆਪਾਂ ਉਹ ਤਾਂ ਰਾਤ ਦੀ ਗੱਲ ਕਰ ਰਹੇ ਹਾਂ ਸਨੋ ਵਾਲੀ, ਇੱਕ ਜਿੱਥੇ ਨੋ ਸਟਾਪ ਮਤਲਬ ਨੋ ਸਟਾਪ ਹੀ ਹੈ ਜੀ ਉੱਥੇ, ਚਾਹੇ ਉਹ ਸਕੂਲ ਜ਼ੋਨ ਦੇ ਵਿੱਚ ਨੇ, ਕਈ ਜਗ੍ਹਾ ਹੋਰ ਜਗ੍ਹਾ ਵੀ ਨੇ, ਡਾਊਨਟਾਊਨ ਦੇ ਵਿੱਚ ਵੀ ਨੇ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਕੋਈ ਨਾ ਕੋਈ ਉੱਥੋਂ ਦੀ ਲੰਘਦਾ ਸੀ, ਰੁਕ ਕੇ ਟਿਕਟ ਦੇ ਕੇ ਜਾਂਦਾ ਸੀ। ਹੁਣ ਤੁਸੀਂ ਦੇਖੋ ਵੀ ਸਿਟੀ ਆਫ ਵਿਨੀਪੈਗ ਦੀਆਂ ਬਹੁਤ ਗੱਡੀਆਂ ਹੈਗੀਆਂ ਨੇ ਜਿਨ੍ਹਾਂ ਦੇ ਚਾਰੇ ਪਾਸੇ ਉੱਪਰ ਛੱਤ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਜੀ। ਉਹਨਾਂ ਨੇ ਸਲੋ ਮੋਸ਼ਨ ਦੇ ਵਿੱਚ ਹੀ ਤੁਹਾਡੇ ਕੋਲ ਨਿਕਲ ਜਾਣਾ, ਤੁਹਾਡੀ ਨੰਬਰ ਪਲੇਟ ਲੈ ਜਾਣਾ, ਬਸ ਟਿਕਟੇ ਆਉਂਦੀਆਂ ਜੀ, ਕਿਸੇ ਨੇ ਖੜ ਕੇ ਨਹੀਂ ਦੇ ਕੇ ਜਾਂਦੇ। ਖਾਸ ਕਰਕੇ ਜਿਵੇਂ ਹੁਣ ਆਪਣੇ ਇੱਥੇ ਨਵਾਂ ਸਕੂਲ ਬਣਿਆ ਹੈਗਾ ਐਂਬਰਗੇਟਸ ਏਰੀਆ ਦੇ ਵਿੱਚ ਟੈਂਪਲਟਨ ਦੇ ਉੱਤੇ, ਜਾਂ ਐਂਬਰ ਟ੍ਰੇਲ ਸਕੂਲ ਹੈਗਾ, ਮੋਸਟਲੀ ਸਕੂਲ ਜ਼ੋਨ ਦੇ ਵਿੱਚ ਤਾਂ ਜ਼ਿਆਦਾ ਹੀ ਉਹ ਗੱਡੀ ਬਸ ਮਿੰਟਾਂ ਦੇ ਵਿੱਚ ਹੀ ਲੈ ਜਾਂਦੇ ਨੇ। ਉਹਨਾਂ ਨੂੰ ਰਸ਼ ਆਵਰ ਜਿਹੜਾ ਮਾਰਨਿੰਗ ਤੇ ਜਦੋਂ ਬੱਚਿਆਂ ਨੂੰ ਛੁੱਟੀ ਮਿਲਦੀ ਆ ਉਸ ਟਾਈਮ ਜ਼ਿਆਦਾ ਉਹਨਾਂ ਦੀ ਮੂਵਮੈਂਟ ਹੁੰਦੀ ਆ। ਇਹ ਆਮ ਦੇਖਣ ਦੇ ਵਿੱਚ ਮੈਪਲ ਏਰੀਆ 'ਚ ਵੀ ਹੈ ਜੀ, ਬਾਕੀ ਹੋਰ ਏਰੀਆ ਦੇ ਵਿੱਚ ਵੀ ਹੈ। ਦੂਜੇ ਵੀ ਇਹਦੇ ਨਾਲ ਇੱਕ ਗੱਲ ਮੈਂ ਹੋਰ ਵੀ ਜ਼ਿਕਰ ਕਰਨਾ ਚਾਹੁੰਦਾ, ਕਈ ਵਾਰੀ ਕਿਸੇ ਸਟਰੀਟ ਉੱਤੇ ਲਿਖਿਆ ਹੁੰਦਾ ਕਿ ਤੁਸੀਂ ਇੱਥੇ 1 ਘੰਟੇ ਦੀ ਪਾਰਕਿੰਗ ਕਰ ਸਕਦੇ ਹੋ, ਕਿਤੇ 2 ਵੀ ਲਿਖਿਆ ਹੁੰਦਾ ਜੀ। ਬਿਲਕੁਲ। ਮੰਨ ਲਓ 1 ਘੰਟੇ ਦੀ ਪਾਰਕਿੰਗ ਹੈ ਜੀ, ਤੁਸੀਂ ਸੋਚੋ 10 ਮਿੰਟ ਉੱਪਰ ਹੋ ਕੇ ਫੇਰ ਗਿਆ ਜੀ, ਤੁਸੀਂ ਉਹਨੂੰ 10 ਮਿੰਟ ਪਹਿਲਾਂ ਸਗੋਂ ਕਾਰ ਮੂਵ ਕਰ ਲਓ ਜੀ, ਉਹਨੂੰ ਥੋੜੀ ਜਿਹੀ ਹਿਲਾ ਲਓ, ਉੱਥੋਂ ਅੱਗੇ ਪਿੱਛੇ ਕੀਤਾ ਜਾ ਸਕਦਾ। ਠੀਕ ਹੈ ਜੀ। ਉੱਪਰ ਇੱਕ ਪਾਰਟਿਕੂਲਰ ਜਗ੍ਹਾ 'ਤੇ ਤੁਹਾਡੀ ਗੱਡੀ ਖੜੀ ਹੈ ਜੀ, ਉਹ ਤਾਂ ਤੁਸੀਂ ਫਸ ਗਏ ਜੀ। ਬਿਲਕੁਲ। ਉਹ ਜਿਵੇਂ ਦੱਸਿਆ ਜੀ ਵੀ ਹੁਣ ਇਲੈਕਟ੍ਰੋਨਿਕ ਸਿਸਟਮ ਉਹ ਵੀ ਯੂਜ਼ ਕਰਦੇ ਨੇ ਕਈ ਜਗ੍ਹਾ ਡਾਊਨਟਾਊਨ ਦੇ ਵਿੱਚ। ਆਪਾਂ ਪਾਰਕਿੰਗ ਸਲਿੱਪਸ ਨੇ ਜੀ, ਆਪਾਂ ਪਾਰਕਿੰਗ ਸਲਿੱਪ ਲੈ ਕੇ ਕੱਢ ਕੇ ਰੱਖ ਜੰਨੇ ਜੀ, ਉਹ ਹੁਣ ਉੱਥੇ ਵੀ ਉਹਨਾਂ ਨੇ ਥੋੜਾ ਸਿਸਟਮ ਚੇਂਜ ਕਰ ਰਹੇ ਨੇ ਜੀ। ਉਹ ਇੱਕ ਆਪਣੀ ਜਿਹੜੀ ਸਲਿੱਪ ਹੁੰਦੀ ਹੈ ਉਹਦੇ ਇੱਕ ਇਲੈਕਟ੍ਰੋਨਿਕ ਬਾਰ ਹੁੰਦੀ ਹੈ ਜੀ, ਜਿਹੜੇ ਉਹ ਗੱਡੀ ਨੇੜੇ ਦੀ ਨਿਕਲਣਾ ਜੀ, ਉਹਨੇ ਬਾਰ ਗੱਡੀ ਦੇ ਵਿੱਚੋਂ ਹੀ ਰੀਡ ਕਰ ਲੈਣਾ ਜੀ, ਉੱਥੇ ਉਹਨੂੰ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਇਹਦਾ ਟਾਈਮ ਉਹ ਜਿਹੜਾ ਓਵਰ। ਪਹਿਲਾਂ ਤਾਂ ਮੈਨੂਅਲ ਚੈੱਕ ਕਰਦੇ ਸੀ ਜੀ, ਬਿਲਕੁਲ ਖੜ ਕੇ ਬੰਦਾ ਚੈੱਕ ਕਰਦਾ ਸੀ। ਹੁਣ ਉਹ ਕੰਮ ਘਟਦਾ ਜਾ ਰਿਹਾ ਜੀ। ਜੀ ਮਤਲਬ ਸਾਰਾ ਕੁਝ ਇਲੈਕਟ੍ਰੋਨਿਕ ਹੁੰਦਾ ਜਾਣਾ ਹੈ ਜੀ। ਬਿਲਕੁਲ। ਤੇ ਜਿੱਥੇ ਸਾਨੂੰ ਇਲੈਕਟ੍ਰੋਨਿਕ ਚੀਜ਼ਾਂ ਦੇ ਸੁੱਖ ਵਾ, ਉੱਥੇ ਨਾਲ ਦੀ ਨਾਲ ਇਹ ਆ ਕਿ ਜੀ ਇਸ ਸਕੰਜੇ ਦੀ ਛੇਤੀ ਲੈ ਲੈਣਾ ਜੀ। ਬਿਲਕੁਲ, ਸਕੰਜੇ ਦੇ ਵਿੱਚ ਲੈ ਲੈਣਾ ਜੀ। ਅੱਛਾ, ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਜ਼ਿਕਰ ਕਰਨਾ ਚਾਹੁੰਦਾ ਜੀ। ਇਹ ਪਿੱਛੇ ਜੇ ਮਤਲਬ 2-3 ਸਾਲ ਪਹਿਲਾਂ ਤੋਂ ਜਿਹੜੀ ਵੀ ਨਵੀਂ ਡਿਵੈਲਪਮੈਂਟ ਹੁੰਦੀ ਸੀ ਵਿਨੀਪੈਗ ਦੇ ਵਿੱਚ ਜੀ, ਉੱਥੇ ਸਿਟੀ ਆਫ ਵਿਨੀਪੈਗ ਵੱਲੋਂ ਉਸ ਏਰੀਆ ਦੇ ਵਿੱਚ ਨਵੇਂ ਘਰ ਬਣਾਉਣ ਵਾਲਿਆਂ ਤੋਂ ਜੀ ਇੱਕ ਇੰਪੈਕਟ ਫੀ ਲਈ ਜਾਂਦੀ ਸੀ ਜੀ। ਉਹ ਡਿਵੈਲਪਮੈਂਟ ਫੀਸ ਲਈ ਬਿਲਕੁਲ ਬਿਲਡਰ ਦੇ ਥਰੂ ਲਈ ਜਾਂਦੀ ਸੀ ਔਰ ਉਹ ਲੈਣੇ ਸੀ ਪੈਸੇ ਬਿਲਡਰ ਥਰੂ ਲੈਣ, ਜਿੱਦਾਂ ਮਤਲਬ ਉਹਨਾਂ ਨੇ ਇੰਪੈਕਟ ਫੀਸ ਲੈਣੀ ਸੀਗੀ ਜੀ। ਸਿਟੀ ਆਫ ਵਿਨੀਪੈਗ ਨੂੰ ਪਹੁੰਚਦੀ ਸੀ ਜੀ। ਕੋਰਟ ਨੇ ਫੈਸਲਾ ਕਰਤਾ, ਡਿਸੀਜਨ ਦੇ ਦਿੱਤਾ ਸਿਟੀ ਆਫ ਵਿਨੀਪੈਗ ਦੇ ਖਿਲਾਫ ਕਿ ਇੰਪੈਕਟ ਫੀਸ ਜਿਹੜੀ ਹੈ ਲੈਣੀ ਗਲਤ ਹੈ ਜੀ। ਬਿਲਕੁਲ। ਸਿਟੀ ਆਫ ਵਿਨੀਪੈਗ ਨੇ ਇਹਦੇ ਖਿਲਾਫ ਅਪੀਲ ਨਹੀਂ ਕੀਤੀ, ਇਸ ਫੈਸਲੇ ਦੇ ਖਿਲਾਫ ਅਪੀਲ ਨਹੀਂ ਕੀਤੀ। ਉਹ ਚਾਹੁੰਦੇ ਤਾਂ ਕਰ ਸਕਦੇ ਸੀ ਜੀ, ਬਿਲਕੁਲ, ਪਰ ਉਹਨਾਂ ਨੇ ਕਹਿਤਾ ਕਿ ਨਹੀਂ ਜੀ, ਸਾਨੂੰ ਸਾਡੇ ਸਿਰ ਮੱਥੇ, ਜੇ ਇੰਪੈਕਟ ਫੀਸ ਗਲਤ ਹੈ ਤੇ
ਗਲਤ ਹੈ। ਕੱਲ ਨੂੰ ਅਸੀਂ ਉੱਪਰਲੀ ਕੋਰਟ 'ਚ ਲੈ ਵੀ ਜਾਈਏ, ਹਾਇਰ ਕੋਰਟ 'ਚ ਲੈ ਵੀ ਜਾਈਏ, ਉੱਥੇ ਅਸੀਂ ਇੰਨਾ ਖਰਚਾ ਕਰੀਏ, ਟਾਈਮ ਵੀ ਵੇਸਟ ਕਰੀਏ, ਬਿਲਕੁਲ ਵਕੀਲਾਂ ਦਾ ਖਰਚਾ ਵੀ ਭਰਨਾ ਪਊਗਾ, ਤੇ ਹੋ ਸਕਦਾ ਕੋਰਟ ਜਿਹੜੀ ਉੱਪਰੋਂ ਆਰਡਰ ਕਰ ਦੇਵੇ ਕਿ ਤੁਸੀਂ ਹੇਠਲੀ ਕੋਰਟ ਦਾ ਆਰਡਰ ਨਹੀਂ ਮੰਨਿਆ, ਇੰਨੇ ਮਿਲੀਅਨ ਡਾਲਰ ਤੁਹਾਨੂੰ ਜੁਰਮਾਨਾ। ਜੀ ਬਿਲਕੁਲ। ਉਸ ਗੱਲ ਤੋਂ ਬਚਣ ਦੇ ਲਈ ਸਿਟੀ ਨੇ ਫੈਸਲਾ ਕਰਤਾ ਕਿ ਇੰਪੈਕਟ ਫੀਸ ਜਿਹੜੀ ਅਸੀਂ ਲਈ ਆ, ਅਸੀਂ ਵਿਦ ਇੰਟਰਸਟ ਪੇ ਕਰਾਂਗੇ ਲੋਕਾਂ ਨੂੰ। ਠੀਕ ਹੈ ਜੀ। ਇਹਦੇ ਬਾਰੇ ਮੈਨੂੰ ਪਤਾ ਲੱਗਾ ਕਿ ਜੀ ਉਹਨਾਂ ਨੇ ਇੰਪੈਕਟ ਫੀਸ ਜਿਹੜੀ ਲਈ ਹੋਈ ਸੀਗੀ ਵਿਦ ਇੰਟਰਸਟ ਰਿਫੰਡ ਕਰਨੀ ਬਿਲਕੁਲ ਜੀ, ਉਹਨਾਂ ਨੇ ਆਲਮੋਸਟ ਸਕੈਜੂਅਲ ਕਰਤਾ ਜੀ। ਮੇਬੀ ਇਸ ਕਮਿੰਗ ਮੰਡੇ ਤੋਂ ਸਟਾਰਟ ਕਰ ਰਹੇ ਨੇ, ਸੁਣਨ ਦੇ ਵਿੱਚ ਜੋ ਆ ਰਹੀਆਂ ਨੇ, ਖਬਰਾਂ ਆ ਰਹੀਆਂ ਨੇ। ਪਰ ਇੱਕ ਇਹਦੇ ਵਿੱਚ ਹੋਰ ਵੀ ਹੈ ਜੀ, ਤੁਸੀਂ ਹੁਣ ਮੌਰਗੇਜ ਕਰ ਰਹੇ ਹੋ, ਠੀਕ ਹੈ ਜੀ, ਮੌਰਗੇਜ ਦਾ ਕੰਮ ਕਰਦੇ ਹੋ। ਮੰਨ ਲਓ ਸਪੋਜ਼ ਕਰੋ ਜਿਸ ਟਾਈਮ ਮੈਂ ਘਰ ਲਿਆ ਸੀਗਾ ਜੀ, ਉਹ ਜੋ ਵੀ ਮੇਰੀ ਇੰਪੈਕਟ ਫੀਸ ਬਣਦੀ ਸੀ ਮੇਰੀ, ਉਹ ਮੌਰਗੇਜ ਦੇ ਵਿੱਚ ਚਲੀ ਗਈ। ਮੈਂ ਜੇ ਹੁਣ ਮੇਰਾ ਘਰ 25 ਸਾਲ ਲਈ ਹੈ ਜਾਂ 30 ਸਾਲ ਲਈ ਹੈਗਾ, ਮੈਂ ਉਸ ਅਮਾਊਂਟ ਦੇ ਉੱਤੇ ਇੰਟਰਸਟ ਤਾਂ ਮੈਂ ਪੇ ਕਰ ਹੀ ਰਿਹਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਉਹ ਚੀਜ਼ ਮਤਲਬ ਟੈਕਨੀਕਲੀ ਆ ਜੀ, ਬਿਲਕੁਲ ਠੀਕ। ਕਿਉਂਕਿ ਜੋ ਨਹੀਂ ਮੈਨੂੰ ਲੋੜ ਨਹੀਂ ਸੀ ਉਹ ਪੇ, ਉਹਦਾ ਇੰਟਰਸਟ ਤਾਂ ਪੇ ਕਰਨਾ। ਮੰਨ ਲਓ 5-7 ਹਜ਼ਾਰ ਸੀਗਾ ਜੀ ਇੰਪੈਕਟ ਫੀਸ ਲਈ, ਅੱਜ 5000 ਦੇ ਵਿੱਚ 4% ਦੇ ਕਰੀਬ ਹੈਗੀ ਜੀ। ਤੁਸੀਂ 25 ਸਾਲ ਉੱਤੇ ਇੰਟਰਸਟ ਜਾਣਾ, 25 ਸਾਲ ਦੀ ਉਹ 10000 ਅਮਾਊਂਟ ਆ ਜੇ ਕਿਸੇ ਦੀ। ਮੈਂ ਤੁਹਾਨੂੰ ਸਲਾਹ ਦਊਂਗਾ, ਪਹਿਲੀ ਗੱਲ ਤੇ ਇਹ ਆ ਕਿ ਜੇ ਉਹ ਇੰਪੈਕਟ ਫੀਸ ਤੁਹਾਨੂੰ ਵਾਪਸ ਆ ਜਾਂਦੀ ਹੈ ਜੀ, ਤੁਸੀਂ ਕੋਸ਼ਿਸ਼ ਕਰੋ ਕਿ ਮੌਰਗੇਜ ਵਿੱਚ ਜਮ੍ਹਾਂ ਕਰਾ ਦਿਓ ਜੀ। ਉਹ ਪ੍ਰਿੰਸੀਪਲ 'ਚ ਜਾਊਗੀ ਜੀ, ਕਿਉਂਕਿ ਪ੍ਰਿੰਸੀਪਲ ਵਿੱਚ ਮੌਰਗੇਜ ਦੇ ਲਈ 15% ਤੋਂ ਲੈ ਕੇ 20% ਤੱਕ ਜੀ ਇਨ ਐਡੀਸ਼ਨ ਟੂ ਰੈਗੂਲਰ ਇੰਸਟਾਲਮੈਂਟ ਤੁਸੀਂ ਜਮ੍ਹਾਂ ਕਰਾ ਸਕਦੇ ਜੀ। ਬਿਲਕੁਲ, ਰੂਮ ਰੱਖਿਆ ਹੁੰਦਾ ਜੋ ਵੀ ਤੁਸੀਂ ਮੰਨ ਲਓ ਹਰ ਮਹੀਨੇ ਤੁਹਾਡੀ 1000 ਦੀ ਇੰਸਟਾਲਮੈਂਟ ਹੈ ਜੀ ਜੀ, ਉਹਦਾ ਕਿੰਨਾ ਪੋਰਸ਼ਨ ਇੰਟਰਸਟ 'ਚ ਆ, ਕਿੰਨਾ ਪ੍ਰਿੰਸੀਪਲ 'ਚ, ਇਸ ਗੱਲ ਵਾਸਤੇ ਨਾ ਵੀ ਜਾਏਗਾ, ਸਾਡੀ ਜੇਬ 'ਚ ਤਾਂ 1000 ਜਾਂਦਾ ਹੀ ਹੈ ਜੀ। ਬਿਲਕੁਲ ਜੀ, ਠੀਕ ਹੈ ਜੀ। 1000 ਜਾਂਦਾ ਵਾ ਤੇ ਪਰ ਤੁਹਾਡੀ 4 ਲੱਖ ਦੀ ਮੌਰਗੇਜ ਹੈ ਜੀ, ਤੁਸੀਂ 4 ਲੱਖ ਦਾ 20% ਫਾਰ ਐਗਜ਼ਾਮਪਲ 20% ਤੁਸੀਂ 4 ਲੱਖ ਦਾ $80,000 ਹਰ ਸਾਲ ਪਾ ਸਕਦੇ ਹੋ, ਜਮ੍ਹਾਂ ਕਰਾ ਸਕਦੇ ਹੋ ਮੌਰਗੇਜ ਵਿੱਚ। ਉਹ ਸਾਰਾ ਦਾ ਸਾਰਾ ਪ੍ਰਿੰਸੀਪਲ 'ਚ ਜਾਣਾ ਤੇ ਉਹ ਬੈਕ ਦੇ ਉੱਤੇ ਕਾਊਂਟ ਹੋਊਗਾ ਜੀ। ਮਤਲਬ ਤੁਹਾਡੀ ਅਮਾਊਂਟ ਦੇ ਬੈਕ ਤੇ ਕਾਊਂਟ ਹੋ ਜਾਣਾ, ਤੁਹਾਡੇ ਪੇ ਪੀਰੀਅਡ ਦਾ ਇੰਸਟਾਲਮੈਂਟ ਨਹੀਂ ਘਟੇਗੀ, ਪੇ ਪੀਰੀਅਡ ਘਟ ਜਾਊਗਾ, ਪੇ ਪੀਰੀਅਡ ਘਟ ਜਾਊਗਾ ਜੀ ਜੀ। ਯਾਨੀ ਤੁਸੀਂ 5 ਸਾਲਾਂ 'ਚ 4 ਸਾਲਾਂ 'ਚ ਅਸੀਂ ਜਿਹੜੀ ਉਹ ਪੇ ਆਫ ਕਰ ਸਕਦੇ ਹੋ ਜੀ ਜੀ। ਹੁਣ ਇਸ ਤਰ੍ਹਾਂ ਤੁਹਾਨੂੰ 5000 ਜਾਂ 7000 ਜਿਸ ਤਰੀਕੇ ਨਾਲ ਵੀ ਵਾਪਸ ਆਉਂਦਾ ਜੀ, ਚੰਗੀ ਗੱਲ ਹੈ ਜੀ। ਬਿਲਕੁਲ ਲਾਹੇ ਦਾ ਹੀ ਹੈ, ਤੁਹਾਡੇ ਵੱਲੋਂ ਤਾਂ ਗਿਆ ਹੀ ਸੀ ਜੀ, ਠੀਕ ਹੈ ਜੀ। ਪਰ ਜੇ ਸਿਟੀ ਨੇ ਦੇਣ ਦਾ ਫੈਸਲਾ ਕਰ ਲਿਆ, ਕੋਰਟ ਤੁਹਾਡੇ ਹੱਕ 'ਚ ਭੁਗਤ ਗਈ ਹੈ, ਤੇ ਬਿਹਤਰ ਹੈ ਕਿ ਉਹਨੂੰ ਤੁਸੀਂ ਆਪਦੇ ਮੌਰਗੇਜ ਅਕਾਊਂਟ 'ਚ ਜਮ੍ਹਾਂ ਕਰਾਓ ਜੀ ਜੀ। ਮੌਰਗੇਜ ਅਕਾਊਂਟ ਜਮ੍ਹਾਂ ਕਰਾਓਗੇ ਤੇ ਜਦੋਂ ਤੁਹਾਡੀ 5 ਸਾਲਾਂ ਬਾਅਦ ਜਾਂ ਹੁਣ ਜਿੰਨੇ ਸਾਲ ਬਾਕੀ ਰਹਿ ਗਏ, 2 ਰਹਿ ਗਏ, 3 ਰਹਿ ਗਏ, ਉਹ ਰੀਸਕੈਜੂਲ ਹੋਊਗੀ ਮੌਰਗੇਜ, ਟਰਮ ਦੁਬਾਰਾ ਬਣੂਗੀ ਤੇ ਉਹ ਤੁਹਾਡੀ ਇੰਸਟਾਲਮੈਂਟ ਆਟੋਮੈਟਿਕਲੀ ਘੱਟ ਹੋ ਜੀ ਜੀ। ਪਰ ਉਹਨਾਂ ਚਿਰ ਤੱਕ ਇੰਸਟਾਲਮੈਂਟ ਉਨੀ ਹੀ ਰਹਿਣੀ ਆ ਜਿੰਨਾ ਚਿਰ ਤੱਕ ਤੁਹਾਡੀ ਟਰਮ ਜਿਹੜੀ ਹੈ ਤੁਸੀਂ 5 ਸਾਲਾਂ ਦੀ ਲਈ ਜਾਂ 3 ਦੀ ਲਈ ਹੈ ਜਾਂ 7 ਦੀ ਲਈ, 10 ਦੀ ਲਈ, ਜਿੱਥੋਂ ਤੱਕ ਉਹ ਖਤਮ ਨਹੀਂ ਹੋ ਜਾਂਦੀ। ਜਦੋਂ ਖਤਮ ਹੋ ਜਾਊਗੀ ਤੁਹਾਨੂੰ ਰੀਸਕੈਜੂਲ ਤੁਹਾਡੀ ਇੰਸਟਾਲਮੈਂਟ ਹੋ ਜਾਊਗੀ ਜੀ ਜੀ। ਮੈਂ ਇੱਕ ਇਹਦੇ ਨਾਲ ਹੋਰ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜੀ। ਮੈਨੂੰ ਇਹ ਪਤਾ ਲੱਗਾ ਜੀ, ਕੁਛ ਲੋਕ ਜਿਵੇਂ ਸਾਨੂੰ ਬੈਕ ਜਿਹੜੀ ਹੈਗੀ ਆ ਫੀਡ ਕਰਦੇ ਆ ਜੀ, ਉਹ ਫੀਡਬੈਕ ਕਰਦੇ, ਉਹਦੇ ਮੁਤਾਬਕ ਇਹ ਹੈ ਕਿ ਕੁਛ ਪਤਾ ਲੱਗਾ ਸੀਗਾ ਜੀ ਇਹ ਕਿ ਜਿਨ੍ਹਾਂ ਨੇ ਘਰ ਬਣਵਾਏ ਹੈਗੇ ਆ ਉਹ ਕਹਿੰਦੇ ਜੀ ਨਹੀਂ ਅਸੀਂ ਤੁਹਾਨੂੰ ਵਾਪਸ ਨਹੀਂ ਕਰਨੇ। ਬਿਲਡਰਸ ਜਿਹੜੇ ਹੈਗੇ ਕੁਝ ਕੰਪਨੀਆਂ ਦੇ ਨੇ ਜਿਹੜੇ ਜਿਸ ਟਾਈਮ ਜਿਹੜੇ ਹੁਣ ਨਵੇਂ ਹੋਮ ਬਾਇਰ ਸੀਗੇ ਉਹਨਾਂ ਕੋਲ ਕੰਟਰੈਕਟ ਦੇ ਵਿੱਚ ਸਾਈਨ ਕਰਵਾਏ ਸੀ, ਕੁਝ ਲਾਈਨਸ ਪਾਈਆਂ ਹੋਈਆਂ ਸੀਗੀਆਂ। ਮੈਂ ਸ਼ੋਰ ਨਹੀਂ ਵੈਸੇ ਇਸ ਗੱਲ ਲਈ, ਨਹੀਂ ਪਰ ਜੇ ਇਦਾਂ ਦੀ ਗੱਲ ਹੈਗੀ ਆ ਮੈਂ ਸ਼ੋਰ ਹੈਗਾ ਜੀ। ਅੱਛਾ ਜੀ ਜੀ, ਉਹ ਇਸ ਤਰ੍ਹਾਂ ਜੀ ਸੀਗਾ, ਕੁਝ ਬਿਲਡਰਸ ਵੱਲੋਂ ਸੀਗਾ, ਉਹਦੇ ਵਿੱਚ ਲਾਈਨ ਪਾਈਆਂ ਸੀਗੀਆਂ ਵੀ ਇਹ ਜਿਹੜਾ ਉਹਨਾਂ ਦੀ ਸੰਸਥਾ ਹੈਗੀ, ਜੋ ਵੀ ਬਿਲਡਰ ਦਾ ਨਾਮ ਹੈਗਾ, ਵੀ ਉਹਦੀ ਬਿਹਤਰੀ ਲਈ ਇਹ ਪੈਸਾ ਜਿਹੜਾ ਰੱਖਿਆ ਜਾਊਗਾ। ਬਟ ਉਹ ਵੀ ਹੁਣ ਕੁਝ ਮਤਲਬ ਉਹਨਾਂ ਜਿਨ੍ਹਾਂ ਨੇ ਉਸ ਬਿਲਡਰਾਂ ਤੋਂ ਘਰ ਲਏ ਹੋਏ ਸੀਗੇ, ਉਹਨਾਂ ਨੇ ਆਪਣੇ WhatsApp ਗਰੁੱਪ ਬਣਾਏ, ਸਾਰੇ ਲੋਕਾਂ ਨੇ ਸਲਾਹ ਕੀਤੀ ਵੀ ਆਪਾਂ ਕੀ ਕੀਤਾ ਜਾਵੇ, ਪ੍ਰੈਸ਼ਰ ਉਹਨਾਂ ਦੇ ਬਿਲਡ ਕੀਤਾ ਤੇ ਉਹ ਵੀ ਉਹਨਾਂ ਨੇ ਅਲਾਉ ਕਰਤਾ ਜੀ ਵੀ ਅਸੀਂ ਵਾਪਸ ਦਵਾਂਗੇ। ਸੋ ਇਸ ਕਰਕੇ ਮੇਕ ਸ਼ੋਰ ਕਰ ਲੈਣਾ ਚਾਹੀਦਾ ਜਿੱਥੋਂ ਤੁਸੀਂ ਕਰ ਲਿਆ, ਜਿਸ ਵੀ ਕੰਸਟਰਕਸ਼ਨ ਕੰਪਨੀ ਕੋਲੋਂ ਜੀ ਬਿਲਡਰ ਕੋਲੋਂ ਬਣਵਾਇਆ ਘਰ 2017 ਤੋਂ ਬਾਅਦ, ਹਾਂਜੀ ਜੀ, ਉਹਨਾਂ ਨੂੰ ਪਰਸਨਲੀ ਕੰਟੈਕਟ ਕਰ ਲੈਣਾ ਚਾਹੀਦਾ। ਉਹਨਾਂ ਦੇ ਆਫਿਸ ਹੁੰਦੇ ਆ, ਠੀਕ ਹੈ ਜੀ। ਤੁਹਾਡਾ ਕੋਈ ਈਮੇਲ ਐਡਰੈਸ ਹੋਏਗਾ, ਫੋਨ ਹੋਏਗਾ, ਉਹਨਾਂ ਨੂੰ ਕਾਲ ਕਰਕੇ ਪੁੱਛੋ ਜੀ। ਜੇ ਕਿਸੇ ਕਿਸਮ ਦੀ ਦਿੱਕਤ ਹੈ ਤੇ ਤੁਸੀਂ ਬਿਲਡਰ ਨਾਲ ਗੱਲ ਕਰੋ ਕਿ ਭਾਈ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਹੈ ਜੀ ਜੀ, ਬਿਲਕੁਲ ਸਿਟੀ ਆਫ ਵਿਨੀਪੈਗ ਦੀਆਂ ਇੰਸਟਰਕਸ਼ਨਸ ਹੈ, ਮੋਰਓਵਰ ਕੋਰਟ ਨੇ ਆਰਡਰ ਕੀਤੇ ਆ, ਸਾਨੂੰ ਕਿਉਂ ਨਹੀਂ ਪੈਸੇ ਵਾਪਸ ਆਉਣੇ ਜੀ ਜੀ ਜੀ। ਉਹਦੇ ਨਾਲ ਜਦੋਂ ਪੈਸੇ ਵਾਪਸ ਆ ਜਾਣ, ਜਿਵੇਂ ਮੈਂ ਪਹਿਲਾਂ ਸੁਜੈਸਟ ਕੀਤਾ, ਮੇਰੀ ਸੁਜੈਸ਼ਨ ਹੈ ਜੀ, ਤੁਹਾਡੀ ਮਰਜ਼ੀ ਤੁਹਾਡੀ ਹੈ, ਸੁਜੈਸ਼ਨ ਇਹ ਹੈ ਕਿ ਜੇ ਤੁਸੀਂ 5-7 ਹਜ਼ਾਰ ਡਾਲਰ ਤੁਹਾਡਾ ਵਾਪਸ ਆ ਗਿਆ, ਹੋ ਸਕਦਾ ਕਿਸੇ ਦਾ 5 ਆਵੇ, ਕਿਸੇ ਦਾ 7 ਆਵੇ, ਕਿਸੇ ਦਾ 10 ਆਵੇ ਜੀ ਜੀ, ਜਿੰਨਾ ਵੀ ਵਾਪਸ ਆ ਗਿਆ, ਘਰ 'ਚ ਬਥੇਰੀਆਂ ਖੁੱਡਾਂ ਹੁੰਦੀਆਂ, ਉਹ ਪੈਸੇ ਤਾਂ ਜਾਣੇ ਮੋਸਟਲੀ, ਜਿਵੇਂ ਹੁਣ ਕਿਸੇ ਨੇ ਬੇਸਮੈਂਟ ਬਣਾਉਣੇ ਜਾਂ ਉੱਥੇ ਕੋਈ ਉਹ ਖਰਚਾ ਤੇ ਜਾਣਾ ਜੀ ਜੀ ਜੀ, ਠੀਕ ਹੈ ਜੀ। ਤੇ ਪਰ ਬਿਹਤਰ ਹੈ, ਚੰਗੀ ਗੱਲ ਹੈ, ਸਿਆਣੀ ਗੱਲ ਹੈ ਜੇ ਤੁਸੀਂ ਮੌਰਗੇਜ ਜਮ੍ਹਾਂ ਕਰਾ ਦਿਆਂਗੇ ਜੀ ਜੀ, ਉਹਦੇ ਨਾਲ ਤੁਹਾਡੇ ਕੋਈ ਭਾਰ ਤਾਂ ਕੁਛ ਤਾਂ ਘਟੇਗਾ ਜੀ। ਉਂਝ ਭਾਵੇਂ ਕਹਿ ਲਈਏ ਨਾ ਊਠ ਤੋਂ ਛਾਨਣੀ ਲਾਉਣ ਨਾਲ ਕੀ ਹੋ ਜਾਂਦਾ, ਬੜਾ ਫਰਕ ਪੈਂਦਾ। ਊਠ ਤੋਂ ਛਾਨਣੀ ਲੱਥੀ ਜਾਵੇ ਤੇ ਊਠ ਨੂੰ
ਪਤਾ ਲੱਗ ਜਾਂਦਾ ਕਿ ਛਾਨੀ ਮੇਰੇ ਸਿਰ ਤੇ ਹੈ ਨਹੀਂ ਜੀ, ਵਜਨ ਘਟੇ ਥੋੜਾ ਜਿਹਾ, ਉਹ ਭੱਜ ਸਕਦਾ ਜਿੱਦਾਂ ਮਰਜ਼ੀ। ਹੁਣ ਜਦੋਂ ਉਹਨੂੰ ਖਤਰਾ ਹੁੰਦਾ ਛਾਨੀ ਡਿੱਗੀ ਨਾ ਪਵੇ, ਠੀਕ ਹੈ ਨਾ, ਤੁਸੀਂ ਖੁੱਲਾ ਹੱਥ ਖੁੱਲਾ ਹੋ ਜਾਂਦਾ, ਬੰਦੇ ਨੂੰ ਮਨ ਨੂੰ ਸਕੂਨ ਹੁੰਦਾ ਕਿ ਮੈਂ $10,000 ਮੈਨੂੰ ਜਿਹੜਾ ਮੇਰੇ ਸਿਰ ਤੇ ਨਜਾਇਜ਼ ਪੈ ਗਿਆ ਸੀਗਾ, ਉਹਨੂੰ ਬਹੁਤ ਚੁਭਿਆ ਜੀ, ਬਿਲਕੁਲ ਬੜੀ ਤਕਲੀਫ ਮਹਿਸੂਸ ਹੋਈ ਕਿ ਇਹ ਪੈਸੇ ਨਜਾਇਜ਼ ਹੀ ਲਈ ਜਾਂਦੇ ਹੈਗੇ। ਉਦੋਂ ਸਾਨੂੰ ਇਹ ਵੀ ਲੱਗਦਾ ਸੀਗਾ ਕਿ ਦੂਜਿਆਂ ਸ਼ਹਿਰਾਂ ਦੇ ਵਿੱਚ ਸਗੋਂ ਸਰਕਾਰਾਂ ਜਿਹੜੀਆਂ ਹੈਗੀਆਂ ਵਾ ਉਹ ਮਦਦ ਕਰਦੀਆਂ ਘਰ ਲੈਣ ਵਾਲਿਆਂ ਵਾਸਤੇ, ਇਹ ਉਲਟਾ ਟੈਕਸ ਲਾ ਰਹੇ ਨੇ। ਇਹ ਗੱਲ ਮਾੜੀ ਸੀ, ਇਹਦੀ ਚਰਚਾ ਬਹੁਤ ਹੋਈ, ਲੋਕਾਂ ਨੇ ਵਿਰੋਧ ਬਹੁਤ ਕੀਤਾ, ਅਖੀਰ ਲੋਕਾਂ ਨੂੰ ਕਾਮਯਾਬੀ ਮਿਲੀ। ਜੀ ਬਿਲਕੁਲ, ਆਪਾਂ ਆਉਣ ਵਾਲੇ ਟਾਈਮ ਦੌਰਾਨ ਆਪਾਂ ਕੁਝ ਜਿਹੜੇ ਸਿਟੀ ਦੇ ਮਸਲੇ ਨੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਵਿਚਾਰਾਂਗੇ। ਜਿਸ ਤਰ੍ਹਾਂ ਆਪਣੇ ਮੈਨੀਟੋਬਾ ਦੇ ਵਿੱਚ ਟੈਕਸ ਜ਼ਿਆਦਾ ਨੇ, ਪ੍ਰੋਪਰਟੀ ਟੈਕਸ ਜ਼ਿਆਦਾ ਨੇ, ਲੈਂਡ ਟਰਾਂਸਫਰ ਫੀਸ ਹੈਗੀ ਆ, ਇਸ ਤਰ੍ਹਾਂ ਦੇ ਕਾਫੀ ਮਸਲੇ ਹੈਗੇ ਨੇ। ਉਹ ਜਿਵੇਂ ਆਪਾਂ ਲੋਕਾਂ ਦੇ ਫੀਡਬੈਕ ਆ ਰਹੇ ਨੇ ਆਪਣੇ ਵਿਊਅਰਸ ਦੇ, ਆਪਾਂ ਉਹਨਾਂ ਤੇ ਵਿਚਾਰ ਚਰਚਾ, ਲੋਕ ਮਤਲਬ ਕਹਿੰਦੇ ਨੇ ਜੀ ਤੁਸੀਂ ਇਸ ਮਸਲੇ ਦੇ ਉੱਤੇ ਬਿਲਕੁਲ ਕਰਾਂਗੇ ਗੱਲ ਜੀ। ਅਸੀਂ ਜਿਹੜੀਆਂ ਸਿਟੀ ਨਾਲ ਰਿਲੇਟਡ ਜਾਂ ਸਾਡੇ ਨਾਲ ਸਿੱਧੀਆਂ ਜਿਹੜਾ ਸੰਬੰਧ ਹੁੰਦਾ, ਲੈਂਡ ਟਰਾਂਸਫਰ ਫੀਸ ਦੀ ਗੱਲ ਤੁਸੀਂ ਕੀਤੀ ਆ, ਟੈਕਸ ਦੀ, ਪ੍ਰੋਪਰਟੀ ਟੈਕਸ ਦੀ ਗੱਲ ਕੀਤੀ ਆ, ਇਹਨਾਂ ਸਾਰਿਆਂ ਤੇ ਅਸੀਂ ਚਰਚਾ ਕਰਨ ਨੂੰ ਤਿਆਰ ਹਾਂ ਜੀ, ਕਰਾਂਗੇ ਵੀ। ਸਾਡੇ ਕੋਲ ਡਾਟਾ ਹੈਗਾ, ਕੁਝ ਲੈ ਲਾਂਗੇ, ਡਾਟਾ ਕਲੈਕਟ ਕਰ ਲਾਂਗੇ, ਪਰ ਸਾਨੂੰ ਫੀਡਬੈਕ ਦਿਓ ਜੇ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਕਿ ਕਿਹੜੇ ਸ਼ਹਿਰ ਨਾਲੋਂ ਸਾਡੇ ਇੱਥੇ ਪ੍ਰੋਪਰਟੀ ਟੈਕਸ ਜ਼ਿਆਦਾ ਜਾਂ ਤੁਹਾਡੇ ਉੱਥੇ ਦੂਸਰੇ ਲੈਂਡ ਟਰਾਂਸਫਰ ਫੀਸ ਜ਼ਿਆਦਾ, ਦੂਜੇ ਸ਼ਹਿਰਾਂ ਵਿੱਚ ਆਪਣੇ ਰਿਸ਼ਤੇਦਾਰ ਰਹਿੰਦੇ ਆ, ਦੋਸਤ ਮਿੱਤਰ ਰਹਿੰਦੇ, ਉਹਨਾਂ ਨੂੰ ਵੀ ਇਹਦੀ ਜਾਣਕਾਰੀ ਲਵੋ। ਪਰ ਅਸੀਂ ਜਿਹੜੀ ਗੱਲ ਤੁਹਾਨੂੰ ਜਾਣਕਾਰੀ ਦਿਆਂਗੇ, ਅਸੀਂ ਉਹ ਸੁਣੀ ਸੁਣਾਈ ਗੱਲ ਨਹੀਂ ਕਰਾਂਗੇ, ਅਸੀਂ ਬਕਾਇਦਾ ਜਿਹੜੀ ਪੁਖਤਾ ਜਾਣਕਾਰੀ ਹੋ, ਫੈਕਟਸ ਫਿਗਰਸ ਹੋਣਗੇ ਗਵਰਨਮੈਂਟ ਤੋਂ ਲੈ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ, ਔਰ ਬਕਾਇਦਾ ਕੰਪੈਰੇਟਿਵ ਡਾਟਾ ਤੁਹਾਨੂੰ ਤੁਹਾਡੇ ਸਾਹਮਣੇ ਰੱਖਾਂਗੇ। ਜੀ ਬਿਲਕੁਲ। ਤੁਸੀਂ ਕੋਈ ਗੱਲ ਲੱਗੀ ਸੀ ਕਰਨ? ਇਸ ਤੋਂ ਪਹਿਲਾਂ ਮੈਂ ਗੱਲ ਕਰ ਦਿੰਦਾ ਜੀ, ਇਹ ਆ ਜੀ, ਤੁਸੀਂ ਗੱਲ ਪਹਿਲਾਂ ਕੀਤੀ ਸੀਗੀ ਕਿ ਜਿਹੜਾ ਹੈਗਾ ਉਹ ਸਨੋ ਰੂਟ ਬਣ ਗਏ ਹੈਗੇ ਆ ਤੇ ਟਿਕਟਾਂ ਰੂਟਾਂ ਦੀ ਗੱਲ। ਮੈਂ ਉਦੋਂ ਪਹਿਲਾਂ ਇਹ ਕਿਹਾ ਸੀਗਾ ਕਿ ਸਨੋ ਪੈ ਨਹੀਂ ਰਹੀ, ਤੇ ਜੇ ਪੈ ਜਾਏ ਤਾਂ ਫਿਰ ਸਰਕਾਰ ਜਿਹੜਾ ਸਿਟੀ ਆਫ ਵਿਨੀਪੈਗ ਆ ਉਹਦਾ ਖਰਚਾ ਵੱਧ ਜਾਊਗਾ। ਹੁਣ ਖਰਚਾ ਬਚ ਰਿਹਾ, ਪਰ ਇਹ ਆ ਕਿ ਸਟਾਪ ਸਾਈਨਾਂ ਤੇ ਜਿਹੜੀ ਸਲਿੱਪਰੀ ਬਹੁਤ ਆ, ਤਿਲਕਣ ਬਹੁਤ ਆ। ਜੀ ਬਿਲਕੁਲ, ਉਹੀ ਮੈਂ ਗੱਲ ਕਹਿਣ ਲੱਗਾ ਸੀ, ਜਿਹੜੀ ਉਹ ਛਾਨਣੀ ਆ ਉਹ ਆਪਾਂ ਨੂੰ ਜਿੰਨੇ ਵੀ ਆਪਣੇ 311 ਦੇ ਉੱਤੇ ਮੋਸਟਲੀ ਆਪਾਂ ਕਾਲ ਕਰ ਸਕਦੇ ਹਾਂ, ਆਪਣੇ ਸੰਬੰਧਿਤ ਕੌਂਸਲਰ ਨੂੰ ਕਹਿ ਸਕਦੇ ਹਾਂ ਵੀ ਜਿਹੜਾ ਉਹ ਨਮਕ ਜਾਂ ਛਿੜਕਦੇ ਨੇ, ਮਿੱਟੀ ਛਿੜਕਦੇ ਨੇ ਜੀ, ਉਹ ਜ਼ਰੂਰ ਤੁਸੀਂ ਕਹਿੰਦੇ ਹੁੰਦੇ ਜੀ ਸਪਰੇਅ ਜਾਂ ਕਰਦੇ ਆ। ਜੀ ਹਾਂ ਬਿਲਕੁਲ, ਪਰਫਿਊਮ ਸਪਰੇਅ ਜਿਹੜਾ ਕਰਦੇ ਆ ਉਹ ਜ਼ਿਆਦਾ ਕਰਨਾ ਚਾਹੀਦਾ। ਜੀ ਬਿਲਕੁਲ, ਉਹ ਦੇਖੋ ਸਲਿੱਪਰੀ ਹੁੰਦੀ ਆ ਕਈ ਵਾਰੀ, ਹੁਣ ਇਹਨਾਂ ਦਿਨਾਂ ਬ੍ਰੇਕ ਹੀ ਨਹੀਂ ਲੱਗਦੀ ਜੀ। ਮੇਰੇ ਨਾਲ ਖੁਦ ਨਾਲ ਆਪਣਾ ਏਦਾਂ ਹੋਈ ਹੈ ਕਿ ਸਟਾਪ ਸਾਈਨ ਤੋਂ ਦੇਖੋ, ਸਟਾਪ ਸਾਈਨ ਸਾਹਮਣੇ ਆ ਗਿਆ, ਆਪਾਂ ਨੂੰ ਪਤਾ ਕਿ 40-50 ਮੀਟਰ ਤੱਕ ਸਟਾਪ ਸਾਈਨ ਆ ਜਾਣਾ, ਆਪਾਂ ਬ੍ਰੇਕ ਲਾ ਦਿੰਦੇ, ਗੱਡੀ ਸਲੋ ਕਰ ਦਿੰਦੇ, ਉਹ ਰੁਕਦੇ ਨੇੜੇ ਜੇ ਜਾ ਕੇ ਆਪਾਂ ਸੋਚਦੇ ਬਿਲਕੁਲ ਸਟਾਪ ਸਾਈਨ ਦੇ ਕੋਲ ਰੱਖੀਏ। ਜੇ ਕੋਲ ਨਹੀਂ ਰੱਖੋਗੇ ਤੇ ਦੂਜੀਆਂ ਸਾਈਡਾਂ ਵਾਲੇ ਤੁਹਾਡੇ ਤੋਂ ਪਹਿਲਾਂ ਲੰਘ ਜਾਣਗੇ, ਤੁਹਾਡੀ ਵਾਰੀ ਨਹੀਂ ਆਊਗੀ। ਠੀਕ ਹੈ ਜੀ, ਤੁਸੀਂ ਸਟਾਪ ਸਾਈਨ ਦੇ ਕੋਲ ਜਾ ਕੇ ਰੋਕਦੇ ਹੋ, ਜਦੋਂ ਫੇਰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਉਹ ਉੱਥੇ ਜ਼ਿਆਦਾ ਸਲਿੱਪਰੀ ਹੁੰਦੀ ਆ, ਗੱਡੀ ਤੁਹਾਡੀ ਗਾਂਹ ਲੰਘ ਜਾਂਦੀ, ਫੇਰ ਡਰ ਲੱਗਦਾ ਕਿ ਦੂਜੇ 'ਚ ਵੱਜੀ ਨਾ ਜਾ ਕੇ, ਫੇਰ ਤੁਸੀਂ ਕਦੀ ਖੱਬੇ ਨੂੰ ਸਟੀਅਰਿੰਗ ਨੂੰ ਕਰਦੇ ਹੋ, ਕਦੀ ਸੱਜੇ ਵੱਲ ਨੂੰ ਕਰਦੇ ਹੋ। ਇਸ ਤਰੀਕੇ ਦੀ ਘਬਰਾਹਟ ਜਿਹੜੀ ਆ ਉਹ ਮੱਲੋ ਮੱਲੀ ਇਹੋ ਜਿਹੀ ਹਾਲਾਤ ਬਣਾਉਂਦੀ ਆ ਕਿ ਤੁਹਾਡਾ ਐਕਸੀਡੈਂਟ ਹੋ ਜਾਂਦਾ। ਜੀ ਬਿਲਕੁਲ, ਹੁਣ ਆਪਾਂ ਜਿਵੇਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਟ੍ਰੈਫਿਕ ਦੀ ਗੱਲ ਕਰਦੇ ਰਹੇ ਆ ਗਿਆ, ਹੁਣ ਉਹ ਥੋੜਾ ਜਿਹਾ ਘਟਿਆ ਜੀ, ਕਿਉਂਕਿ ਕੰਸਟਰਕਸ਼ਨ ਸਿਟੀ ਨੇ ਕਾਫੀ ਕਰਤੀਆਂ, ਕੁਝ ਨਵੀਆਂ ਰੋਡ ਜਿਹੜੀਆਂ ਮੇਜਰ ਰੋਡ ਬਣ ਰਹੀ ਸੀ, ਜਿਸ ਤਰ੍ਹਾਂ ਸਰਜਟ ਬਣ ਰਹੀ ਸੀ, ਉਹ ਕਰਦੇ ਹੁਣ ਜਿਹੜੀਆਂ ਕਾਰਨਰਾਂ ਦੇ ਉੱਤੇ ਖੱਡਾਂ ਜਿਹੀਆਂ ਬੰਦ ਕਰਨ ਲੱਗੇ ਹੋਏ ਨੇ, ਜਿਵੇਂ ਆਪਣੇ ਮੈਕਫਲਿਪਸ ਲੀਲਾ ਚੌਂਕਾ, ਇੱਥੇ ਥੋੜੀ ਜਿਹੀ ਕੰਸਟਰਕਸ਼ਨ ਚੱਲ ਰਹੀ ਆ ਜੀ, ਥੋੜੇ ਜਿਹੇ ਕੋਈ ਸੀਵਰੇਜ ਦਾ ਕੰਮ ਚੱਲ ਰਿਹਾ। ਜਿਸ ਵੀ ਏਰੀਏ ਦੇ ਵਿੱਚ ਅਸੀਂ ਜਿਹੜੇ ਹੋਲ ਮਹਿਸੂਸ ਕਰਦੇ ਹੈਗੇ, ਖੱਡੇ ਹੈਗੇ ਆ ਉਹਦੇ ਬਾਰੇ ਸਿਟੀ ਨੂੰ ਕਿਹਾ ਜਾ ਸਕਦਾ ਜੀ ਬਿਲਕੁਲ, ਆਪਾਂ ਵੱਧ ਤੋਂ ਵੱਧ ਦਰਸ਼ਕਾਂ ਨੂੰ ਕਹਿਣਾ ਵੀ 311 ਤੇ ਕਾਲ ਜਾਂ ਆਪਣੇ ਸੰਬੰਧਿਤ ਕਾਉਂਸਲਰਾਂ ਨੂੰ, ਜਿਵੇਂ ਹੁਣ ਇੱਥੇ ਕਹਿੰਦੇ ਨੇ ਵੀ ਸਾਡੇ ਕੋਲ ਸਾਡੀ ਨਿਗਾਹ 'ਚ ਲਿਆਓ ਜੀ। ਕਾਉਂਸਲਰ ਬਾਰੇ ਮੈਂ ਬੜੀ ਜੀ ਥੋੜੀ ਉਦਾਸ ਕਰਨ ਵਾਲੀ ਗੱਲ ਹੈ ਕਿ ਉਹ ਲੋਕਾਂ ਦੀਆਂ ਫੋਨ ਕਾਲਾਂ ਦੇ ਜਵਾਬ ਨਹੀਂ ਦਿੰਦਾ। ਬਿਲਕੁਲ ਜੀ, ਹੁਣ ਜੇ ਆਪਾਂ ਈਮੇਲ ਕਰਦੇ ਹਾਂ ਜੀ ਉਹਨਾਂ ਨੂੰ, ਫਿਰ ਹੁਣ ਇੱਕੋ ਇੱਕ ਮਸਲਾ ਆਪਾਂ ਕੋਲ ਤਾਂ ਇਹ ਆਪਣੇ ਕੋਲ ਸਾਧਨ ਹੈਗਾ ਜੀ ਈਮੇਲ। ਜੇ ਆਪਾਂ ਈਮੇਲ ਕਰਦੇ ਹਾਂ ਜੀ, ਘੱਟੋ ਘੱਟ ਉਹ ਜਿਸ ਟਾਈਮ ਆਪਾਂ ਨੂੰ ਵੋਟਾਂ ਮੰਗਣ ਆਉਂਦੇ ਨੇ ਉਸ ਟਾਈਮ ਆਪਾਂ ਨੂੰ ਕਹਿ ਸਕਦੇ ਹਾਂ, ਦਿਖਾ ਸਕਦੇ ਹਾਂ ਵੀ ਆਹ ਈਮੇਲ ਕਰੀ ਤੀ, ਸਾਨੂੰ ਜਵਾਬ ਨਹੀਂ ਆਇਆ, ਸਾਡੇ ਪੈਸੇ ਨਾਲ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ, ਸਾਡੇ ਪੈਸੇ ਨਾਲ ਇਹਨਾਂ ਦੇ ਆਫਿਸ ਦੇ ਆਪਣੇ ਦਿੱਤੇ ਹੋਏ ਟੈਕਸਾਂ ਦੇ ਖਰਚੇ ਚੱਲਦੇ ਨੇ ਜੀ। ਉਹ ਖਰਚੇ ਸਾਡੇ ਤੋਂ ਚੱਲਦੇ ਜੀ ਬਿਲਕੁਲ, ਖਰਚੇ ਚੱਲਦੇ, ਸੈਕਟਰੀ ਮਿਲੇ, ਟੈਲੀਫੋਨ ਮਿਲੇ, ਵੱਡੇ ਵੱਡੇ ਉਹਨਾਂ ਨੇ ਆਫਿਸ ਬਣਾਏ, ਇਨਫਰਾਸਟ੍ਰਕਚਰ ਸਾਰਾ ਜਿਹੜਾ ਉਹ ਸਾਡੇ ਸਿਰੋਂ ਜਾਂਦਾ। ਬਿਲਕੁਲ ਜੀ, ਉਹਨਾਂ ਨੇ ਜਿਹੜੇ ਈਮੇਲ ਦਾ ਜਵਾਬ ਵੀ ਦੇਣਾ ਉਹ ਆਪਣੇ ਦਿੱਤੇ ਹੋਏ ਟੈਕਸ ਦੇ ਪੈਸੇ ਦੇ, ਜਿਹੜਾ ਉਹ ਟੈਲੀਫੋਨ ਦਾ ਬਿੱਲ ਭਰਦੇ ਨੇ ਜਾਂ ਇੰਟਰਨੈਟ ਯੂਜ਼ ਕਰਦੇ ਨੇ, ਉਹਦੇ ਪੈਸੇ ਵੀ ਸਾਡੇ ਜੀ ਬਿਲਕੁਲ ਹਰ ਇੱਕ ਚੀਜ਼ ਦੇ। ਹਾਂਜੀ, ਸੋ ਇਹੋ ਜਿਹੇ ਮਸਲੇ ਹੋਰ ਬਹੁਤ ਸਾਰੇ ਹੋ ਸਕਦੇ। ਤੁਹਾਡੀ ਫੀਡਬੈਕ ਦੀ ਉਡੀਕ ਰਹੇਗੀ। ਆਉਣ ਵਾਲੇ ਫਰਾਈਡੇ ਤੇ ਅਸੀਂ ਫਿਰ ਜਿਹੜਾ ਉਹਨਾਂ ਮਸਲੇ ਤੇ ਚਰਚਾ ਕਰਾਂਗੇ ਜੀ। ਕੌਸ਼ਲ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਥੈਂਕ ਯੂ ਵੈਰੀ ਮਚ।